ज़्यादा फ़र्क आया है लाइफस्टाइल चेंजेस, एनवायरनमेंट चेंजेस। कुछ फैमिलीज बच्चों से रहित भी रह जाएंगी। औरत ਨੂੰ ਤਾਂ ਦੱਸਤਾ ਜੀ ਇੰਨੇ ਬੱਚਾ ਪੈਦਾ ਕਰਨਾ इसका सेंट्रल कैरेक्टर है, ਬੰਦਾ ਕਿੰਨਾ ਕੁ ਜ਼ਿੰਮੇਵਾਰ ਹੈ ਇਹਦੇ ਵਿੱਚ। मैं माफ़ी चाहूँगा ਕੋਈ ਜੇ ਸੋਚ ਰਿਹਾ ਕਿ ਬੰਦਿਆਂ ਨੂੰ ਨਪੁੰਸਕ ਕਿਹਾ ਜਾ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਚੀਜ਼ਾਂ ਤੁਹਾਡੇ ਆਪਣੇ ਸੋਚ ਦੇ ਨਾਲ ਸੰਬੰਧਿਤ ਨੇ। ਕਿਸੇ ਵੀ ਪੁरुष ਦੇ ਸ਼ੁਕਰਾਣੂ ਘੱਟ ਆਉਂਦੇ ਨੇ, ਦਾੜੀ ਮੁੱਛ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈਗਾ ਕਿ ਕੋਈ ਨਾ ਕੋਈ ਦਿੱਕਤ ਹੈਗੀ ਹੈ, ਤਾਂ ਵੀ ਉਹਨਾਂ ਦੇ ਜਾਂ ਤਾਂ ਪਿਤਾ ਆਉਂਦੇ ਨੇ ਪਹਿਲੇ। ਅੱਛਾ, ਨੂੰਹਾਂ ਨੂੰ ਨਹੀਂ ਪਤਾ ਹੁੰਦਾ। ਯੰਗ ਕਪਲ ਹੈ, ਉਸਨੇ ਬੱਚਾ ਜਾਂ ਫੈਮਿਲੀ ਪਲੈਨਿੰਗ ਕਰਨੀ ਹੈ, ਕਿੰਨਾ ਟਾਈਮ, ਕਿੰਨੇ ਮਹੀਨੇ ਉਹ ਖੁਦ ਨੂੰ ਦੇ ਕਿ ਅਸੀਂ ਨੈਚੁਰਲ ਪ੍ਰੈਗਨੈਂਸੀ ਕਰਨੀ ਹੈ, ਔਰ ਕਦੋਂ ਉਹਨੂੰ ਲੱਗਣਾ ਸ਼ੁਰੂ ਹੋਵੇ ਕਿ ਅਸੀਂ ਹੁਣ ਟੈਸਟ ਕਰਵਾਉਣਾ ਹੈ, ਕੁਝ ਸਮਥਿੰਗ ਇਜ਼ ਰੋਂਗ। ਮਤਲਬ ਆਈਵੀਐਫ ਦੇ ਸੈਂਟਰ 'ਚ ਜਾਣ ਦਾ ਮਤਲਬ ਕਿ ਆਈਵੀਐਫ ਨਹੀਂ ਕਰਾਉਣਾ। ਹਾਂ ਬਿਲਕੁਲ, ਇਹ ਬਿਲਕੁਲ ਆਪਣੀ ਮਿੱਥੇ ਬਹੁਤ ਚੰਗਾ ਸਵਾਲ ਪੁੱਛਿਆ ਤੁਸੀਂ ਦਿਲੀਪ ਜੀ। ਜਿਵੇਂ मैं मोटा मोटा कहता लिव इन रिलेशनशिप जेड़े कपल्स आके मदर फादर बनना चाहते हैं, तो एक बहुत बड़ा लॉ का प्रोसीजर है, क्योंकि कल को वो शादी हुई नहीं हुई, कुछ भी डिस्प्यूट होगा, वो बच्चे का क्या रहेगा। स्मोकिंग नहीं करनी, ਐਲਕੋਹਲ ਦਾ ਸੇਵਨ ਨਹੀਂ ਕਰਨਾ। ਜਿਹੜੀ ਆਪਾਂ ਕਾਫੀ ਕੈਫੀਨ ਲੈਂਦੇ ਰਹਿੰਦੇ ਆ, ਕਾਫੀ ਐਡਿਕਟ ਹੈ। ਮੁੰਡਿਆਂ ਬਾਰੇ ਗੱਲ ਕਰੀਏ ਤਾਂ ਵੀਕਐਂਡ ਤੇ ਪਾਰਟੀਆਂ ਘਟਾ ਦੇਣ ਜੇ ਮੈਰਿਜ ਕਰਾਉਣ ਜਾ ਰਹੇ ਤੇ। लैपटॉप्स अगर आप बहुत देर तक यूज़ कर रहे हैं या फिर आप फ़ोन भी बहुत देर तक चला रहे हैं, वो गर्म हो जाता है। जो पुरुष है, उनके जो अंग हैं, जो उनका अंडकोश है, वो नीचे की तरफ होता है, वो ज़्यादा गर्मी नहीं झेल पाता, तो उसमें जो शुक्राणु की पैदावार है वो कम हो सकती है। जिन औरतों को शुगर या फिर बीपी या कोई भी थायराइड की प्रॉब्लम है, उनमें गर्भपात होने के जो प्रॉब्लम्स हैं वो ज़्यादा हो सकती है। ਕਿੰਨੇ ਤੱਕ ਦੇ ਪੈਸਿਆਂ ਦਾ ਜੁਗਾੜ ਕਰਕੇ ਜਾਵਾਂ ताकि इन्ने टेस्ट हो जाएंगे? सारे पासे सेंटर खुले, केड़े सेंटर जाया जाए? हमारे डायरेक्शंस लगे हुए हैं, हमारे फोटोग्राफ्स लगे हुए हैं। जब हम बेबी बनाते हैं तो प्रॉपर एम्ब्रियो की हम फोटोग्राफ्स दिखाते हैं। पेनफुल कितना होता है? बिल्कुल पेनफुल नहीं है। वर्किंग कपल्स वास्ते काम भी चलता रहे और ये भी काम हो जाए, पॉसिबल है? बिल्कुल, क्योंकि मैं अपने किसी भी मरीज़ ਨੂੰ ਕਹਿੰਦੀ ਛੁੱਟੀ ਲਓ। इट इज़ पॉसिबल कि ਤੁਸੀਂ ਵੀਕਐਂਡ ਤੇ ਵੀ ਇਹ ਸਾਰਾ ਕੰਮ ਕਰਾ ਸਕਦੇ ਹੋ। आईवीएफ करवाया, पहले बच्चा नहीं हो रहा था, अब 2 हो गए, अब 3 हो गए। ये किवें ਹੁੰਦਾ? ਇਹ ਕੋਈ ਸਾਇੰਸ ਇਹਦੇ ਪਿੱਛੇ? ਲੋਕਾਂ ਨੂੰ ਇਹ ਲੱਗਦਾ ਕਿ ਆਈਵੀਐਫ ਨਾਲ ਇਕੱਲਾ ਮੁੰਡਾ ਹੀ ਹੁੰਦਾ, ਕੁੜੀ ਨਹੀਂ ਹੁੰਦੀ, ਇਸ ਤਰ੍ਹਾਂ ਦੀ ਸੋਚ ਵਾਲੇ ਜਾਂ ਇਸ ਤਰ੍ਹਾਂ ਕੋਈ ਐਕਸਪੀਰੀਅੰਸ ਹੋਇਆ ਤੁਹਾਨੂੰ? डिज़ाइनर बेबी नहीं बन सकता आईवीएफ में। एग और स्पर्म ऑफ फ्रीज भी कराया जा सकता है, ये भी ऑप्शन होता है? एग फ्रीजिंग के ऑप्शन के साथ आगे जा सकते हैं, या आप सीमन फ्रीजिंग। बहुत सारे पुरुष आते हैं जिनको कैंसर की सर्जरीज होती हैं, तो अपना सीमन प्रिजर्व करा के जाते हैं मेरे पास, तो वो प्रिजर्वेशन अराउंड 10 ईयर्स तक रहती है। कितने साल तक लेडी आईवीएफ करवा सकती है? 50 ईयर्स तक, एज पर कानून। एज पर कानून, और कानून के साथ ही चलना है। ਜੇਕਰ ਤੁਹਾਡੇ ਕੋਲ ਇਹ ਵੀਡੀਓ ਪਹੁੰਚਿਆ ਹੈ ਤਾਂ ਇਹ ਕਿਸੇ ਮਕਸਦ ਕਰਕੇ ਪਹੁੰਚਿਆ ਹੈ। ਜੀ ਹਾਂ, ਤੁਸੀਂ ਠੀਕ ਸੁਣ ਰਹੇ ਹੋ, ਕਿਉਂਕਿ ਇਹ ਵੀਡੀਓ ਜਦੋਂ ਖਤਮ ਹੋਏਗਾ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਤਾਂ ਜ਼ਰੂਰ ਕਰੋਗੇ, ਕਮੈਂਟ ਤਾਂ ਇਸ 'ਤੇ ਤੁਸੀਂ ਕਰਨਾ ਹੀ ਕਰਨਾ ਹੈ। ਇਹਦਾ ਕਾਰਨ ਇਹ ਹੈ ਕਿ ਇਸ ਵੀਡੀਓ ਦੀ ਜ਼ਰੂਰਤ ਸ਼ਾਇਦ ਤੁਹਾਨੂੰ ਨਾ ਹੋਵੇ, ਸ਼ਾਇਦ ਤੁਹਾਨੂੰ ਹੋ ਵੀ ਸਕਦੀ ਹੈ, ਜਾਂ ਤੁਹਾਡੇ ਕਿਸੇ ਨਜ਼ਦੀਕੀ ਨੂੰ ਇਸ ਦੀ ਲੋੜ ਹੋ ਸਕਦੀ ਹੈ। ਕਿਉਂਕਿ ਇਹ ਵੀਡੀਓ ਔਰ ਇਹ ਸਾਰੀ ਗੱਲਬਾਤ ਅਜਿਹੀ ਹੋਣ ਜਾ ਰਹੀ ਹੈ ਜਿਸ ਦੇ ਬਾਰੇ ਸਮਾਜ 'ਚ ਬਹੁਤ ਥੋੜ੍ਹੀ ਗੱਲ ਹੁੰਦੀ ਹੈ, ਔਰ ਇਸ ਦੀ ਜੋ ਸਮੱਸਿਆ ਉਹ ਬੇਹੱਦ ਗੰਭੀਰ ਹੈ। ਅਸੀਂ ਅੱਜ ਗੱਲ ਕਰਾਂਗੇ ਆਈਵੀਐਫ ਨਾਲ ਸੰਬੰਧਿਤ ਜੋ ਸਾਡੇ ਕੋਲ ਪ੍ਰਸ਼ਨ ਨੇ ਉਹਨਾਂ ਬਾਰੇ, ਤੇ ਇਸ ਪੂਰੇ ਗੱਲਬਾਤ ਦੇ ਵਿੱਚ ਕੋਸ਼ਿਸ਼ ਹੋਏਗੀ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਜੋ ਅਕਸਰ ਤੁਹਾਡੇ ਮਨ ਦੇ ਵਿੱਚ ਆਉਂਦੇ ਨੇ, ਤੇ ਤੁਸੀਂ ਉਹਨਾਂ ਦੇ ਜਵਾਬ ਲੈਣ ਲਈ ਚਾਹੇ ਗੂਗਲ ਕਰਦੇ ਹੋ, ਕਿਸੇ ਆਪਣੇ ਸਗੇ ਸੰਬੰਧੀ ਨੂੰ ਫੋਨ ਕਰਦੇ ਹੋ, ਪਰ ਸ਼ਾਇਦ ਸਹੀ ਜਵਾਬ ਨਹੀਂ ਮਿਲ ਪਾਉਂਦਾ। ਇਹ ਜੋ ਕੁਐਸਚਨ ਨੇ ਇਸ ਦੀ ਲੰਬੀ ਚੌੜੀ ਲਿਸਟ ਹੈ, ਤੇ ਇਹਨਾਂ ਕੁਐਸਚਨਾਂ ਦੇ ਆਨਸਰ ਦੇਣ ਦੇ ਲਈ ਮੈਡਮ ਨਤਾਸ਼ਾ ਗੁਪਤਾ ਮੇਰੇ ਨਾਲ ਮੌਜੂਦ ਰਹਿਣਗੇ, ਕਿਉਂਕਿ ਇਹ ਸਪੈਸ਼ਲਿਸਟ ਨੇ ਆਈਵੀਐਫ ਦੇ ਇਸ ਖੇਤਰ ਦੇ ਵਿੱਚ। ਜੇ ਮੈਂ ਗਲਤ ਨਾ ਹੋਵਾਂ ਮੈਡਮ ਤਾਂ 15 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ 'ਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਰਹਿ ਕੇ ਆਏ ਨੇ, ਪੜ੍ਹਾਈ ਕੀਤੀ ਹੈ, ਪ੍ਰੈਕਟਿਸ ਕੀਤੀ ਹੈ, ਤੇ ਇਸ ਕਰਕੇ ਪੂਰੇ ਭਾਰਤ ਦਾ ਐਕਸਪੋਜ਼ਰ ਵੀ ਇਹਨਾਂ ਕੋਲ ਹੈ। ਇਸੇ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਇਹਨਾਂ ਨਾਲ ਗੱਲ ਕੀਤੀ ਜਾਵੇ, ਤੇ ਬੜੇ ਧੜੱਲੇ ਨਾਲ ਆਪਣੀ ਗੱਲ ਤੁਸੀਂ ਮੈਡਮ ਰੱਖਦੇ ਹੋ, ਤੇ ਉਮੀਦ ਇਹੀ ਹੈ ਕਿ ਮੇਰੇ ਸਵਾਲ ਸ਼ਾਇਦ ਲੰਬੇ ਹੋ ਜਾਣ ਤਾਂ ਮਾफ़ ਕਰਨਾ, ਪਰ ਅੱਜ ਤੁਹਾਨੂੰ ਅਸੀਂ ਬੜੀ ਮੁਸ਼ਕਿਲ ਨਾਲ ਫੜਿਆ ਇੱਥੇ, ਤੇ ਤੁਸੀਂ ਜਵਾਬ ਸਾਨੂੰ ਦਿਓਗੇ। ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਅੰਕੜਾ ਪੜ੍ਹ ਰਿਹਾ ਸੀ ਕਿ WHO ਕਹਿੰਦਾ ਕਿ ਹਰ 6 ਚੋਂ 1% ਇਨਫਰਟੀਲਿਟੀ ਨਾਲ ਪੀੜਤ ਹੈ। ਉਹ ਮੇਲ ਵੀ ਹੈ, ਉਹ ਫੀਮੇਲ ਵੀ ਹੈ, ਪਰ ਲੋਕ ਓਪਨ ਅਪ ਹੁਣ ਹੋਣਾ ਸ਼ੁਰੂ ਹੋਏ ਤਾਂ ਕੇਸਿਸ ਆ ਰਹੇ ਹੈ, ਜਾਂ ਪਹਿਲਾਂ ਤੁਸੀਂ ਹੈ? ਪਹਿਲਾਂ ਤਾਂ ਬਹੁਤ ਸ਼ੁਕਰੀਆ ਦਿਲੀਪ ਜੀ ਤੇ ਪੂਰੀ ਐਂਟਾਇਰ ਟੀਮ ਪੀਟੀਸੀ ਦੀ। ਅਸੀਂ ਦੇਖ ਰਹੇ ਹਾਂ ਕਿ ਜਿਹੜੇ ਫੀਮੇਲਸ ਹੈਗੀਆਂ ਉਹ ਕਾਫੀ ਕਰੀਅਰ ਓਰੀਐਂਟਡ ਹੋ ਗਈਆਂ ਨੇ। ਇਸ ਤੋਂ ਕੀ ਹੋਇਆ, ਇਹਨਾਂ ਦੇ ਜਿਹੜੀ ਸ਼ਾਦੀ ਦੀ ਉਮਰ ਹੈਗੀ ਹੈ ਉਹ ਪਹਿਲਾਂ 24, 25, 30 ਸਾਲ ਹੁੰਦੀ ਸੀਗੀ, ਹੁਣ ਅੱਗੇ ਹੋ ਕੇ 35, 36, 37 ਸਾਲ ਹੋ ਗਈ ਹੈ। ਉਹ ਥੋੜ੍ਹਾ ਜਿਹਾ ਫਰਕ ਆ ਗਿਆ।
ज़्यादा फर्क आया है लाइफस्टाइल चेंजेस, एनवायरनमेंट चेंजेस। ਤੇ ਜੇ ਮੈਂ ਦਸ਼ਕ ਦੀ ਗੱਲ ਕਰਾਂ 1960 ਚ ਜੇ ਤੁਸੀਂ ਆਪਣੇ ਮਾਪਿਓ ਦੇਖ ਲਿਓ, ਮੈਂ ਆਪਣੇ ਦੇਖ ਲਿਆ, ਸਾਡੇ ਕਿੰਨੇ ਮਾਮੇ, ਕਿੰਨੀ ਬੂਆ, ਕਿੰਨੇ ਹੈਗੇ, ਕਿੰਨੀ ਜ਼ਿਆਦਾ ਪੈਦਾਵਾਰ ਹੁੰਦੀ ਸੀਗੀ ਜੀ। ਬਿਲਕੁਲ ਬਿਲਕੁਲ 6-7 ਬੱਚੇ। ਹਾਂ ਬਿਲਕੁਲ, ਕਿੰਨੇ ਜ਼ਿਆਦਾ ਸਾਡੇ ਅੰਕਲ ਆਂਟੀ ਹੈਗੇ। ਬਟ ਜੇ ਹੁਣ ਆਪਾਂ ਹੁਣ 2020 ਦੀ ਗੱਲ ਕਰੀਏ, ਇੱਕ ਵੀ ਬੱਚਾ ਹੋਣਾ ਔਖਾ ਹੋ ਗਿਆ ਹੁਣ ਤਾਂ। ਅੱਗੇ ਆંકੜੇ ਇਹ ਵੀ ਕਹਿੰਦੇ ਨੇ WHO ਦੇ, ਹੋ ਸਕਦਾ ਹੈ ਇੱਕ ਜਾਂ ਕੁਝ ਫੈਮਲੀਜ਼ ਬੱਚੋਂ ਸੇ ਰਹਿਤ ਵੀ ਰਹਿ ਜਾਏंगी। ਪਹਿਲਾਂ ਇਹ ਹੁੰਦਾ ਸੀ, ਇਹ ਸ਼ਰਮ ਦਾ ਵਿਸ਼ਾ ਹੁੰਦਾ ਸੀ ਕਿ ਯਾਰ ਤੁਹਾਡੇ ਬੱਚਾ ਨਹੀਂ ਹੋ ਰਿਹਾ ਤਾਂ 2-3 ਸਾਲ ਤਾਂ ਵੈਸੇ ਲੁਕੋ ਕੇ ਰੱਖਣਾ, ਹਨਾ। ਫਿਰ ਮੰਦਿਰ ਗੁਰਦੁਆਰਿਆਂ ਜਾਂ ਪੀਰਾਂ ਦੇ ਵਿੱਚ ਚੱਕਰ ਕੱਟਣਾ ਜਾ ਕੇ, ਫਿਰ ਜਦੋਂ ਹਾਰ ਜਾਣਾ ਫਿਰ ਲੋਕਾਂ ਨੂੰ ਦੱਸਣਾ ਕਿ ਦੇਖੋ ਆ ਸਮੱਸਿਆ ਹੈਗੀ ਹੈ, ਫਿਰ ਤਾਨੇ ਸੁਣਨਾ। ਪਰ ਅੱਜ ਕੱਲ੍ਹ ਦੇ ਜੋ ਕਪਲ ਨੇ ਉਹ ਸ਼ਾਇਦ ਜ਼ਿਆਦਾ ਅਵੇਅਰ ਨੇ ਔਰ ਇਸ ਗੱਲ ਦੀ ਪਰਵਾਹ ਨਹੀਂ ਕਰਦੇ, ਉਹ ਜ਼ਿਆਦਾ ਜਾਣ ਲੱਗੇ। ਇਹ ਵੀ ਇੱਕ ਰੀਜ਼ਨ ਹੈ ਕਿ ਲੋਕੀ ਓਪਨ ਅਪ ਹੋਣ ਲੱਗ ਗਏ। ਯਾ ਇਹ ਬਹੁਤ ਵੱਡਾ ਰੀਜ਼ਨ ਹੈਗਾ। ਬਟ ਦਿਲੀਪ, ਮੈਂ ਕਿਹਾ ਕਿ ਪਿਛਲੇ ਸ਼ਤਕ ਨਾਲੋਂ ਹਲੇ ਵੀ ਨਾ 5-10% ਹੀ ਥੋੜਾ ਚੰਗਾ ਹੋਇਆ ਹੈ। ਹਲੇ ਵੀ ਲੋਕੀ ਘਰਾਂ ਚੋਂ ਨਹੀਂ ਨਿਕਲਦੇ। ਹੁਣੇ ਵੀ ਇਹਨਾਂ ਨੂੰ ਥੋੜਾ ਬਹੁਤਾ ਲੱਗਦਾ ਹੈ ਡਰ ਕਿ ਕੁਝ ਹੋ ਗਿਆ ਤਾਂ ਮੰਮੀ ਪਾਪਾ ਨੂੰ ਪਤਾ ਚੱਲ ਜਾਏਗਾ। ਜੇ ਮੁੰਡਿਆਂ 'ਚ ਜ਼ਿਆਦਾ ਦਿੱਕਤ ਹੁੰਦੀ ਹੈ, ਜੇ ਉਹਨਾਂ ਦੇ ਸ਼ੁਕਰਾਣੂ ਦੇ ਜੇ ਕਾਊਂਟ ਹੈਗੇ ਉਹ ਘੱਟ ਹੁੰਦੇ ਨੇ, ਨਹੀਂ ਹੁੰਦੇ, ਉਹ ਖੁੱਲ ਕੇ ਖੁਲਾਸਾ ਨਹੀਂ ਕਰਦੇ। ਇਹ ਹੁੰਦਾ ਹੈ ਜਦੋਂ ਇਹ 40-45 ਸਾਲ ਦੇ ਹੋ ਜਾਂਦੇ ਨੇ, ਫਿਰ ਸੋਚਦੇ ਆ ਨਹੀਂ ਹੁਣ ਤਾਂ ਹੁਣ ਵਾਰਿਸ ਹੋਣਾ ਚਾਹੀਦਾ ਹੈ, ਫੈਮਿਲੀ ਚੱਲਣੀ ਚਾਹੀਦੀ ਹੈ। ਉਹ ਕਾਫੀ ਫਿਰ ਲੇਟ ਹੋ ਜਾਂਦੇ ਨੇ ਟ੍ਰੀਟਮੈਂਟ ਲਈ। ਫਿਰ IVF ਦਾ ਇੱਕ ਸਹਾਰਾ ਹੁੰਦਾ ਹੈਗਾ। ਤੇ ਜੇਕਰ ਇਹ ਪਹਿਲਾਂ ਇਹਨਾਂ ਨੂੰ ਪ੍ਰੋਬਲਮਸ ਪਤਾ ਹੁੰਦੀਆਂ ਤੇ ਪਹਿਲਾਂ ਟ੍ਰੀਟਮੈਂਟ ਇਹ ਵਾਪਰਾ ਲੈਂਦੇ ਤੇ ਹੋ ਸਕਦਾ ਸੀਗਾ ਕਿ ਕੁਝ ਨਾ ਕੁਝ। ਹੁਣ ਇੰਨੀ ਜ਼ਿਆਦਾ ਐਡਵਾਂਸਮੈਂਟਸ ਤਰੀਕਾਂ ਦੀ ਸਾਇੰਸ 'ਚ ਆ ਗਈ ਹੈ ਕਿ ਤੁਸੀਂ ਨੈਚੁਰਲ ਤਰੀਕੇ ਨਾਲ ਵੀ ਇਨ ਸਮੱਸਿਆਵਾਂ 'ਚੋਂ ਮਾਤਾ ਪਿਤਾ ਬਣ ਸਕਦੇ ਹੋ। ਇੱਕ ਗੱਲ ਤੇ ਇਹ ਵੀ ਹੈਗੀ ਹੈ ਨਾ ਕਿ ਇਸ ਪੂਰੇ ਪ੍ਰੋਸੀਜਰ 'ਚ IVF, IUI, ਹੈ ਨਾ, ਤੁਸੀਂ ਜ਼ਿਆਦਾ ਟੈਕਨੀਕਲ ਚੀਜ਼ਾਂ ਨੂੰ ਜਾਣਦੇ ਹੋ, ਸੈਂਟਰ ਕੈਰੈਕਟਰ ਕੌਣ ਹੈ, ਲੜਕੀ ਜਾਂ ਔਰਤ, ਹੈ ਨਾ। ਪਰ ਬੰਦੇ ਨਹੀਂ ਆਪਣੇ ਵੱਲ ਦੇਖਣਾ। ਮੈਂ ਹਾਲਾਂਕਿ ਇਹ ਤੁਸੀਂ ਸ਼ਾਇਦ ਕਈਆਂ ਨੂੰ ਬੁਰਾ ਲੱਗੇ ਹੈ ਕਿ ਬੰਦਾ ਹੋ ਕੇ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ। ਇਹ ਜਿਹੜੇ ਮੇਲ ਹੈ, ਮੇਲ ਇਨਫਰਟੀਲਿਟੀ ਤਾਂ ਉਨੀ ਹੈ ਨਾ। ਇਸ ਨੂੰ, ਇਹ ਗੱਲ ਨੂੰ ਮੈਂ ਮਾਫੀ ਚਾਹੂੰਗਾ ਕੋਈ ਜੇ ਸੋਚ ਰਿਹਾ ਕਿ ਬੰਦਿਆਂ ਨੂੰ ਨਪੁੰਸਕ ਕਿਹਾ ਜਾ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਚੀਜ਼ਾਂ ਤੁਹਾਡੇ ਆਪਣੇ ਸੋਚ ਦੇ ਨਾਲ ਸੰਬੰਧਿਤ ਨੇ। ਪਰ ਜੇ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਬੰਦੇ ਕਿੰਨਾ ਕੁ ਓਪਨ ਅਪ ਹੁੰਦੇ ਆ। ਔਰਤ ਨੂੰ ਤਾਂ ਦੱਸਤਾ ਜੀ ਇੰਨੇ ਬੱਚਾ ਪੈਦਾ ਕਰਨਾ, ਇਸਕਾ ਸੈਂਟਰਲ ਕਰੈਕਟਰ ਹੈ। ਬੰਦਾ ਕਿੰਨਾ ਕੁ ਜ਼ਿੰਮੇਵਾਰ ਹੈ ਇਹਦੇ ਵਿੱਚ, ਜਾਂ ਉਹਨੂੰ ਕਿੰਨੀਆਂ ਸਮੱਸਿਆਵਾਂ ਨੇ? ਦੇਖੋ ਹੁਣੇ ਵੀ ਨਾ ਔਰਤਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਜਦੋਂ ਵੀ ਕੋਈ ਕਪਲ ਮਾਂ-ਬਾਪ ਨਹੀਂ ਬਣਦਾ। ਕਮੀ ਹੋਏਗੀ। ਹਾਂ, ਇਹਦੇ 'ਚ ਹੀ ਕਮੀ ਹੋਏਗੀ ਕਿਉਂਕਿ ਬੱਚਾ ਤਾਂ ਔਰਤ ਹੀ ਕਰਦੀ ਹੈਗੀ ਹੈ। ਬਟ ਜੇ ਆંકੜੇ ਦੇਖਣ ਜਾਣ ਨਾ ਤੇ 40-45% ਜੇ ਔਰਤਾਂ ਦਾ ਕਸੂਰ ਹੁੰਦਾ ਹੈ, 40% ਪੁਰਸ਼ਾਂ 'ਚ ਵੀ ਕਮੀ ਪਾਈ ਗਈ ਹੈ ਜੀ। 10 ਤੋਂ 20% ਆਪਸ 'ਚ ਦੋਨੋਂ ਕਪਲ ਦੀ ਕਮੀ ਹੁੰਦੀ ਹੈਗੀ। ਤੇ ਹੁਣੇ ਵੀ ਸਾਡੇ ਜਿਹੜੇ ਪੁਰਸ਼ ਹੈਗੇ ਆ, ਇਹਨਾਂ ਦੀ ਕੌਮ ਹੈਗੀ ਆ, ਖੁੱਲ ਕੇ ਨਹੀਂ ਖੁਲਾਸਾ ਕਰਦੀ। ਇਹ ਜਦੋਂ ਮੈਂ ਕੋਈ ਟੈਸਟ ਵੀ ਕਰਦੀ ਹਾਂ ਤੇ ਕਿਸੇ ਵੀ ਪੁਰਸ਼ ਦੇ ਸ਼ੁਕਰਾਣੂ ਘੱਟ ਆਉਂਦੇ ਨੇ, ਦਾੜੀ ਮੂਛ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈਗਾ ਕਿ ਕੋਈ ਦਿੱਕਤ ਹੈਗੀ ਹੈ, ਤਾਂ ਵੀ ਉਹਨਾਂ ਦੇ ਜਾਂ ਤਾਂ ਪਿਤਾ ਆਉਂਦੇ ਨੇ ਪਹਿਲੇ। ਅੱਛਾ, ਨੂੰਹਾਂ ਨੂੰ ਨਹੀਂ ਪਤਾ ਹੁੰਦਾ ਇਹ ਜਿਹੜੀ ਕੋਈ ਦਿੱਕਤ ਹੈਗੀ ਆ ਉਹਨਾਂ 'ਚ। ਇਹ ਪੁਰਸ਼ਾਂ ਨੂੰ ਪਤਾ ਵੀ ਹੁੰਦਾ ਹੈ ਬਟ ਉਹਨਾਂ ਦੀ ਬੀਵੀਆਂ ਨੂੰ ਨਹੀਂ ਪਤਾ ਹੁੰਦਾ, ਜਾਂ ਹੁੰਦਾ ਵੀ ਹੈਗਾ ਸਾਨੂੰ ਦੱਸਦੇ ਨੇ ਤਾਂ ਸਾਨੂੰ ਇਹ ਕਹਿੰਦੇ ਕਿ ਹਾਲੇ ਰੁਕ ਜਾਓ, ਤੁਸੀਂ ਇਹਦਾ ਇਲਾਜ ਕਰੋ। ਠੀਕ ਹੈ, ਬਿਲਕੁਲ ਆਪਣੀ ਜਗ੍ਹਾ ਤੇ ਉਹ ਠੀਕ ਹੈ। ਬਟ ਕੀ ਹੁੰਦਾ ਹੈ ਜਦੋਂ ਤੁਸੀਂ ਜੋੜਾ ਹੁੰਦਾ ਹੈ ਉਹ ਇਕੱਠੇ ਚਲੇ ਨਾ ਤਾਂ ਵੱਧ ਕੇ ਟ੍ਰੀਟਮੈਂਟ ਤੇ ਚੰਗੇ ਨਾਲ ਤੇ ਬਿਹਤਰ ਟ੍ਰੀਟਮੈਂਟ ਹੁੰਦਾ ਹੈ। ਮੈਂ ਮੰਨ ਕੇ ਚੱਲਾਂ ਕਿ ਡਾਕਟਰ ਨਿਤਾਸ਼ਾ ਗੁਪਤਾ ਹੋਰਾਂ ਨੂੰ ਇਲਾਜ ਦੇ ਨਾਲ ਕਾਉਂਸਲਿੰਗ ਵੀ ਕਰਨੀ ਪੈਂਦੀ ਹੈ। ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਮੈਂ ਹੁਣ ਕੋਈ ਗੱਡੀ ਲੈਣ ਜਾਵਾਂ ਜਾਂ ਕੋਈ ਵੀ ਮੈਨੂੰ ਕੋਈ ਕਹੇ ਤੁਸੀਂ ਛੋਟਾ ਮਾਡਲ ਲੈ ਲਓ, ਤੁਸੀਂ ਵੱਡਾ ਮਾਡਲ ਲੈ ਲਓ, ਮੈਨੂੰ ਲੌਜਿਕ ਤਾਂ ਹੋਣਾ ਚਾਹੀਦਾ ਨਾ, ਮੈਂ ਕਿਉਂ ਲੈ ਰਹੀ ਹਾਂ, ਮੇਰੇ ਕਿਸ ਕੰਮ ਆ ਰਿਹਾ। ਤੇ ਇਹ ਜਾਣਨਾ ਪਹਿਲਾਂ ਤਾਂ ਕਾਉਂਸਲਿੰਗ ਇਹੋ ਜਿਹੀ ਹੋਣੀ ਚਾਹੀਏ, ਅਵੇਅਰਨੈਸ ਹੋਣੀ ਚਾਹੀਦੀ ਹੈ। ਜਾਣਨਾ ਜ਼ਿਆਦਾ ਜ਼ਰੂਰੀ ਚਾਹੀਦਾ ਕਿ ਪੁਰਸ਼ਾਂ 'ਚ ਵੀ ਕਮੀ ਹੋ ਸਕਦੀ ਹੈ, ਔਰਤਾਂ 'ਚ ਵੀ ਕਮੀ ਹੋ ਸਕਦੀ ਹੈ, ਦੋਨੇ ਜੋੜਿਆਂ 'ਚ ਵੀ ਕਮੀ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇੱਕ ਦੀ ਕਮੀ ਹੈਗੀ ਹੈ। ਕਿਉਂਕਿ ਸਾਡੀ ਪੱਤਰਕਾਰਾਂ ਦੀ ਆਦਤ ਹੁੰਦੀ ਹੈ ਨਾ ਕਿ ਜਿਸ ਨੂੰ ਇੰਟਰਵਿਊ ਕਰ ਰਹੇ ਉਹਦਾ ਪੂਰਾ ਫਰੋਲ ਲਓ, ਉਹਦਾ ਬੈਕਗਰਾਊਂਡ। ਤਾਂ ਤੁਹਾਡੇ ਬਾਰੇ ਮੈਂ ਪੜ੍ਹ ਰਿਹਾ ਸੀਗਾ ਤੇ ਤੁਹਾਡਾ ਇਹ ਮੰਨਣਾ ਹੈ ਕਿ ਜੋ ਕੰਮ ਕਰੋ ਸਟੀਕ ਕਰੋ, ਕਿਉਂਕਿ ਰਿਜ਼ਲਟ 100% ਦਿਓ, ਬਜਾਏ ਕਿ ਅਲੱਗ-ਅਲੱਗ ਥਾਵਾਂ ਤੇ ਤੁਸੀਂ ਇੱਕ ਨੰਬਰ ਦਿਖਾਉਣ ਦੇ ਲਈ। ਤੇ ਇਹ ਜਾਣਬੁੱਝ ਕੇ ਰੱਖਿਆ ਜ਼ੀਰਕਪੁਰ ਵਾਲਾ ਸਿੰਗਲ ਸੈਂਟਰ ਜਾਂ ਅੱਗੇ ਵਧਾ ਵੀ ਰਹੇ ਹੋ ਤੁਸੀਂ? ਹਾਲੇ ਤਾਂ ਅਸੀਂ ਸਿੰਗਲ ਸੈਂਟਰ ਹੀ ਰੱਖਿਆ ਹੈਗਾ, ਵਧਾਵਾਂਗੇ ਜ਼ਰੂਰ। ਇਹ ਛੋਟੀ ਸਟੈਪ ਬਾਏ ਸਟੈਪ ਹੁੰਦੀ ਹੈਗੀ ਅਪਰੋਚ। ਬਟ ਜਿਹੜਾ ਤੁਸੀਂ ਕਿਹਾ ਹੈਗਾ ਸਟੀਕ ਤਰੀਕੇ ਨਾਲ ਇੱਕ ਹੀ ਥਾਂ ਤੇ ਇੱਕ ਹੀ ਜਗ੍ਹਾ ਇੱਕ ਹੀ ਕੰਮ ਕਰਨਾ ਹੈ, ਬਹੁਤ ਜ਼ਰੂਰੀ ਹੈ। ਫੋਕਸਡ ਹੋਣਾ ਚਾਹੀਦਾ ਨਾ, ਫੋਕਸਡ, ਬਿਲਕੁਲ। ਕਿਉਂਕਿ ਜੇ ਤੁਸੀਂ ਦੇਖੋ ਪਹਿਲੇ ਸਾਡੇ ਜਿਹੜੇ ਮੰਮੀ ਪਾਪਾ ਜੇ ਬਿਮਾਰ ਵੀ ਹੁੰਦੇ ਸੀਗੇ ਉਹ ਨੀਮ ਹਕੀਮ ਨੂੰ ਬੁਲਾ ਲੈਂਦੇ ਸੀਗੇ ਜਾਂ ਕਿਸੇ ਫਿਜ਼ੀਸ਼ੀਅਨ ਜਾਂ ਮੈਡੀਸਨ ਦੇ ਡਾਕਟਰ ਕੋਲ ਚਲੇ ਜਾਂਦੇ ਸੀਗੇ। ਹੁਣ ਅੱਜ ਜੇ ਮੈਨੂੰ ਦਿਮਾਗ ਦੀ ਪ੍ਰੋਬਲਮ ਹੈਗੀ ਆ, ਮੈਨੂੰ ਜੋੜਿਆਂ 'ਚ ਦਰਦ ਹੈਗੀ, ਮੈਨੂੰ ਪਤਾ ਹੈ ਮੈਨੂੰ ਨਿਊਰੋਲੋਜਿਸਟ ਕੋਲ ਜਾਣਾ ਹੈ, ਦਿਮਾਗ ਦੇ ਡਾਕਟਰ ਕੋਲ ਜਾਣਾ ਹੈ, ਮੈਨੂੰ ਹੱਡੀ ਦੇ ਡਾਕਟਰ ਕੋਲ ਜਾਣਾ ਹੈ।
ਗਾਇਨਾਕੋਲੋਜਿਸਟ ਤਾਂ ਬਹੁਤ ਬਥੇਰੀਆਂ ਹੋਣੀਆਂ ਜਿਹੜੇ ਬੱਚਾ ਪੈਦਾ ਕਰਦੀ ਹੈ, ਬਟ ਹੁਣ ਜਿਹੜੀ ਇਹ ਬੇਔਲਾਦਪਨ ਹੋ ਗਈ ਯਾਨੀ ਸੰਤਾਨਤਾ ਦੇ ਵਿਸ਼ੇਸ਼জ্ञ ਅਸੀਂ ਸਪੈਸ਼ਲਿਸਟ ਜਿਹੜੇ ਬਣੇ ਹੋਏ ਨੇ, ਸਾਡਾ ਬਿਲਕੁਲ ਫੋਕਸਡ ਕੰਮ ਹੈਗਾ। ਅਸੀਂ ਫੋਕਸ ਦੇਖਦੇ ਕਿ ਅੰਡਿਆਂ 'ਚ ਦਿੱਕਤ ਹੈਗੀ ਹੈ, ਸ਼ੁਕਰਾਣੂ 'ਚ ਦਿੱਕਤ ਹੈਗੀ ਹੈ, ਬੱਚੇਦਾਨੀ 'ਚ ਦਿੱਕਤ ਹੈਗੀ ਹੈ, ਕਿਵੇਂ ਆਪਾਂ ਇਹਨਾਂ ਦੀ ਦਿੱਕਤਾਂ ਨੂੰ ਦੂਰ ਕਰਕੇ ਨੈਚੁਰਲ ਤਰੀਕੇ ਨਾਲ ਹੀ ਭਾਵੇਂ ਬੱਚਾ ਕਰਕੇ ਦਈਏ। ਤੇ ਸਾਡੀ ਵੀ ਜਿਹੜੀ ਹੁਣ ਬ੍ਰਾਂਚ ਹੋ ਗਈ ਹੈ, ਹੁਣ ਇਹ ਸਪੈਸ਼ਲਿਸਟ ਦੀ ਬ੍ਰਾਂਚ ਹੋ ਗਈ ਹੈ। ਯੰਗ ਕਪਲ ਹੈ, ਉਸਨੇ ਬੱਚਾ ਜਾਂ ਫੈਮਿਲੀ ਪਲੈਨਿੰਗ ਕਰਨੀ ਹੈ, ਕਿੰਨਾ ਟਾਈਮ ਕਿੰਨੇ ਮਹੀਨੇ ਉਹ ਖੁਦ ਨੂੰ ਦੇ ਕਿ ਅਸੀਂ ਨੈਚੁਰਲ ਪ੍ਰੈਗਨੈਂਸੀ ਕਰਨੀ ਹੈ, ਔਰ ਕਦੋਂ ਉਹਨੂੰ ਲੱਗਣਾ ਸ਼ੁਰੂ ਹੋਵੇ ਕਿ ਅਸੀਂ ਹੁਣ ਟੈਸਟ ਕਰਵਾਉਣਾ ਹੈ, ਕੁਝ ਸਮਥਿੰਗ ਇਜ਼ ਰੋਂਗ? ਇਹਦਾ ਇਹ ਸਟੇਜ ਕਦੋਂ ਆਣੀ ਚਾਹੀਦੀ? ਕਈ ਵਾਰ ਲੋਕ ਹੁੰਦਾ ਨਾ ਕਿ 2 ਮਹੀਨੇ 3 ਮਹੀਨੇ ਟਰਾਈ ਕੀਤਾ ਹੋਪਲੈਸ ਹੋ ਜਾਂਦੇ, ਕੋਈ ਟਾਈਮ ਪੀਰੀਅਡ ਹੈ ਨੈਚੁਰਲ ਸਾਈਕਲ ਦਾ? ਬਿਲਕੁਲ। ਨੈਚੁਰਲ ਪਲੈਨਿੰਗ ਜਿਹੜੀ ਤੁਸੀਂ ਸ਼ਾਦੀ ਤੋਂ ਬਾਅਦ ਕਰਦੇ ਹੋ ਉਹ ਤਕਰੀਬਨ 1 ਸਾਲ ਤੋਂ 2 ਸਾਲ ਹੋਣੀ ਚਾਹੀਦੀ ਹੈ, ਕਿਉਂਕਿ ਪਹਿਲੇ ਜੇ ਨਵੇਂ ਕੁੜੀ ਮੁੰਡੇ ਦੀ ਸ਼ਾਦੀ ਹੁੰਦੀ ਹੈ 4-5 ਮਹੀਨੇ ਤਾਂ ਇੱਕ ਦੂਸਰੇ ਨੂੰ ਐਕਸਪਲੋਰੇਸ਼ਨ 'ਚ ਨਿਕਲ ਜਾਂਦਾ ਹੈ, ਫੈਮਿਲੀ 'ਚ ਐਡਜਸਟ ਕਰਨ 'ਚ ਟਾਈਮ ਨਿਕਲ ਜਾਂਦਾ ਹੈ। 1-2 ਸਾਲ ਤੋਂ ਮੈਨੂੰ ਲੱਗਦਾ ਹੈਗਾ ਕਿ ਹੋਣਾ ਚਾਹੀਦਾ, ਅਨਲੈਸ ਅੰਟਿਲ ਪਹਿਲਾਂ ਤੋਂ ਪਤਾ ਚੱਲੇ ਕਿ ਕੁੜੀ 'ਚ ਕੋਈ ਦਿੱਕਤ ਸੀਗੀ ਜਾਂ ਮੁੰਡੇ 'ਚ ਕੋਈ ਦਿੱਕਤ ਹੈਗੀ ਹੈ। ਉਹ ਪੁੱਛਣਾ ਕਿ ਜਦੋਂ ਮੰਨ ਲਓ ਕਿ ਕਿਸੇ ਨੇ ਫੋਕਸ ਤਰੀਕੇ ਨਾਲ ਆਪਣਾ ਫੈਮਿਲੀ ਪਲੈਨਿੰਗ ਕੀਤੀ, 6 ਮਹੀਨੇ ਬੀਤ ਗਏ, 8 ਮਹੀਨੇ ਬੀਤ ਗਏ, ਉਸ ਤੋਂ ਬਾਅਦ ਉਹਨੂੰ ਘਬਰਾਉਣ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਕੋਈ ਟੈਸਟ ਵਗੈਰਾ ਜਾਣ ਦੀ ਲੋੜ ਹੈ? ਜੇ ਤੁਹਾਡੀ ਸ਼ਾਦੀ ਨੂੰ ਜੇਕਰ ਤੇ 1.5-2 ਸਾਲ ਹੋ ਗਏ ਨੇ, ਤੁਸੀਂ ਪਤਾ ਹੈ ਕਿ ਤੁਹਾਨੂੰ ਮਾਹਵਾਰੀ ਬਿਲਕੁਲ ਠੀਕ ਆ ਰਹੀ ਹੈ, ਮਾਸਿਕ ਦੀ ਕੋਈ ਚੱਕਰ ਨਹੀਂ ਹੈਗੀ ਹੈ, ਤੇ ਕੋਈ ਵੀ ਪੈਰਾਮੀਟਰ ਸਾਡੇ ਸਮਝ ਤੋਂ ਦਿੱਕਤ ਨਹੀਂ ਹੈਗੀ ਹੈ, ਜਿਹੜਾ ਤੁਸੀਂ ਇੰਟਰਕੋਰਸ ਵੀ ਕਰਦੇ, ਐਵਰੀਥਿੰਗ ਇਜ਼ ਗੁੱਡ। ਬਸ ਆਫਟਰ ਮੈਨੂੰ ਲੱਗਦਾ ਸ਼ਾਦੀ ਦੇ 1.5 ਤੋਂ 2 ਸਾਲ ਬਾਅਦ ਤੁਸੀਂ ਇੱਕ ਵਾਰੀ ਇਨਫਰਟੀਲਿਟੀ ਜਾਂ ਫਰਟੀਲਿਟੀ ਸਪੈਸ਼ਲਿਸਟ ਕੋਲ ਜਾ ਕੇ ਆਪਣਾ ਇੱਕ ਨਾਰਮਲ ਚੈੱਕਅਪ ਜ਼ਰੂਰ ਕਰਾਓ, ਦੇਖਣ ਲਈ ਕਿ ਅੰਡੇਦਾਨੀ 'ਚ ਤਾਂ ਕੋਈ ਦਿੱਕਤ ਨਹੀਂ ਹੈਗੀ ਹੈ, ਗਰਭਾਸ਼ਯ ਦਾ ਤਾਂ ਕੋਈ ਦਿੱਕਤ ਨਹੀਂ ਹੈ, ਸ਼ੁਕਰਾਣੂ ਕਿਵੇਂ ਹੈਗੇ। ਬਹੁਤ ਸਾਰੇ ਜੋੜੇ ਦੰਪਤੀ ਆਉਂਦੇ ਹੀ ਨਹੀਂ ਹੈਗੇ, ਉਹ ਕਹਿੰਦੇ ਨੇ ਬਸ ਆਪਾਂ ਆਏ ਆ, ਤੁਸੀਂ ਦੱਸ ਦਿਓ ਕਿਹੜਾ ਹੈਗਾ, ਕਿਵੇਂ ਆਪਾਂ ਮਾਤਾ ਪਿਤਾ ਬਣ ਸਕਦੇ ਹਾਂ। ਤੇ ਫਿਰ ਉਹਨਾਂ ਨੂੰ ਸੇਫ ਪੀਰੀਅਡ ਦੱਸਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਮਾਸਿਕ ਹੁੰਦਾ, ਮਾਸਿਕ ਧਰਮ ਹੁੰਦਾ ਹੈਗਾ, ਉਹਨਾਂ 'ਚ ਕਿਹੜੇ ਉਹ ਇੰਪੋਰਟੈਂਟ ਡੇਜ਼ ਹੁੰਦੇ ਨੇ ਜਿਨ੍ਹਾਂ 'ਚ ਉਹ ਜੇ ਹਸਬੈਂਡ ਨਾਲ ਜਿਨ੍ਹਾਂ ਨਾਲ ਕਨਸੈਪਸ਼ਨ ਦੇ ਰੇਟ ਵੱਧ ਸਕਦੇ ਨੇ। ਡਾਕਟਰ ਨਿਤਾਸ਼ਾ ਗੁਪਤਾ ਕੋਲ ਕਿਸੇ ਨੇ ਵਿਜ਼ਿਟ ਕੀਤਾ ਤੇ ਕੀ ਉਹ ਸਿੱਧਾ IVF ਹੀ ਸੋਚਣ ਲੱਗੇ? ਉਸ ਤੋਂ ਪਹਿਲਾਂ ਦੇ ਵੀ ਕਈ ਇਲਾਜ ਹੁੰਦੇ ਆ। ਕਈ ਲੋਕ ਸੋਚਦੇ ਕਿ ਆ ਡਾਕਟਰ ਕੋਲ ਗਏ ਤੇ ਇਹਨੇ ਹੁਣ IVF ਹੀ ਸ਼ੁਰੂ ਕਰ ਦੇਣਾ। ਕੀ ਇਹ ਆਖਰੀ ਪੜਾਅ ਹੈ ਜਾਂ ਇਸ ਤੋਂ ਪਹਿਲਾਂ ਵੀ ਕੋਈ ਸਟੈਪਸ ਹੁੰਦੇ ਨੇ? ਮੇਰੇ ਕੋਲ ਜਾਂ ਕਿਸੇ ਵੀ ਫਰਟੀਲਿਟੀ ਸਪੈਸ਼ਲਿਸਟ ਕੋਲ ਜੇ ਤੁਸੀਂ ਜਾਂਦੇ ਹੋ, ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਟ੍ਰੀਟਮੈਂਟ ਚਾਹੀਦਾ ਹੀ ਚਾਹੀਦਾ ਹੈਗਾ। ਇਹ ਜ਼ਰੂਰੀ ਨਹੀਂ ਹੈ? ਬਿਲਕੁਲ ਜ਼ਰੂਰੀ ਨਹੀਂ ਹੈ। IVF ਦੇ ਸੈਂਟਰ 'ਚ ਜਾਣ ਦਾ ਮਤਲਬ ਕਿ IVF ਨਹੀਂ ਕਰਾਉਣਾ? ਹਾਂ ਬਿਲਕੁਲ, ਇਹ ਬਿਲਕੁਲ ਆਪਣੀ ਮਿੱਥੇ ਬਹੁਤ ਚੰਗਾ ਸਵਾਲ ਪੁੱਛਿਆ ਤੁਸੀਂ ਦਿਲੀਪ ਜੀ, ਇਹ ਕੱਢ ਦਿਓ। ਇੱਥੇ ਆਪਾਂ ਜਿਹੜੇ ਫਰਟੀਲਿਟੀ ਸਪੈਸ਼ਲਿਸਟ ਬਣੇ ਕਿੱਥੇ ਹੈਗੇ? ਜੇਕਰ ਤੁਸੀਂ ਫਰਟੀਲਿਟੀ ਸਪੈਸ਼ਲਿਸਟ ਕੋਲ ਆਏ ਹੋ, ਉਹ 100 ਤਰੀਕੇ ਦੇ ਟੈਸਟ ਲਿਖ ਦੇਣੇ, ਉਹਨੇ ਬਹੁਤ ਸਾਰੇ ਜਾਂਚਾਂ ਲਿਖ ਦੇਣੀਆਂ, ਫਿਰ ਤੁਸੀਂ ਟ੍ਰੀਟਮੈਂਟ ਕਰਾਉਂਦੇ ਰਹੋ, ਧੱਕੇ ਖਾਂਦੇ ਫਿਰੋ, ਇਹ ਜ਼ਰੂਰੀ ਨਹੀਂ ਹੈਗਾ। ਪਹਿਲਾਂ ਇਹ ਹੁੰਦਾ ਸੀ ਕਿ ਪਹਿਲੀ ਗੱਲ ਤਾਂ ਲੋਕ ਕਹਿੰਦੇ ਸੀ ਇਹ ਸ਼ਰਮ ਦਾ ਵਿਸ਼ਾ ਹੈ, ਕੌਣ ਜਾਏਗਾ, ਜੇ ਕਿਸੇ ਨੇ ਦੇਖ ਲਿਆ। ਛੋਟੇ ਸ਼ਹਿਰਾਂ 'ਚ ਤੇ ਇਹ ਵੀ ਬੜਾ ਹੁੰਦਾ ਨਾ ਕਿ ਮੇਰੀ ਬਦਨਾਮੀ ਨਾ ਹੋ ਜੇ, ਇਹ ਵੀ ਸੀਨ ਹੈਗਾ। ਤੁਹਾਡੇ ਕੋਲ ਜੋ ਲੋਕ ਆਉਂਦੇ, ਇਹ ਕਿਸੇ ਮਤਲਬ ਗਵਰਨਮੈਂਟ ਦੀ ਗਾਈਡਲਾਈਨਸ ਦੇ ਅੰਡਰ ਬੰਨਿਆ ਹੋਇਆ ਹੈ ਕਿ ਤੁਸੀਂ ਕਿਸੇ ਦੀ ਆਈਡੈਂਟੀਟੀ ਰਿਵੀਲ ਨਹੀਂ ਕਰਨੀ ਜਦੋਂ ਤੱਕ ਉਹ ਚਾਹੁੰਦੇ ਨਹੀਂ? ਇਸ ਤਰ੍ਹਾਂ ਦਾ ਕੁਝ ਹੈ? ਕਈ ਲੋਕ ਇਸ ਕਰਕੇ ਵੀ ਨਹੀਂ ਜਾਂਦੇ ਕਿ ਮੈਨੂੰ ਕੋਈ ਦੇਖ ਨਾ ਲੇ, ਹੈ ਨਾ, ਕਿ ਇੱਥੇ ਚੱਕਰ ਕੱਟਦਾ ਫਿਰਦਾ है ना, रूरल इलाके में बड़ा वो होता है। इसका कुछ गाइडलाइन है? हाँ, इसका बहुत स्ट्रिक्ट गाइडलाइन है। देखो जेड़ा भी किसी भी इलाज लिए तुसी डॉक्टर कोल जांदे हो, ये डॉक्टर ते पेशेंट दी कॉन्फिडेंशियल इन्फॉर्मेशन हुंदी है, जेड़ा डॉक्टर सिर्फ पेशेंट ਤੇ ਉਹਦੇ ਹਸਬੈਂਡ ਨਾਲ ਜਾਂ ਉਹਦੇ ਜੋ ਵੀ ਗਾਰਡੀਅਨ ਹੈ ਉਹਦੇ ਨਾਲ ਸ਼ੇਅਰ ਕਰ ਸਕਦਾ ਹੈ। ਜਿਵੇਂ ਵੀ ਹਸਬੈਂਡ ਵਾਈਫ ਦੀ ਗੱਲ ਆਉਂਦੀ ਹੈ, ਉਹਨਾਂ ਦਾ ਮੇਰੇ ਕਲੀਨਿਕ 'ਚ ਇੱਕ ਆਈਡੈਂਟੀਫਿਕੇਸ਼ਨ ਨੰਬਰ ਕ੍ਰੀਏਟ ਹੁੰਦਾ ਹੈ। ਉਹਨਾਂ ਦੇ ਆਪਾਂ ਪੂਰੇ ਡਿਟੇਲਸ ਲੈਂਦੇ, ਕਿੱਥੋਂ ਆਏ ਨੇ, ਉਹਨਾਂ ਦਾ ਆਪਣਾ ਇੱਥੇ ਗੁੱਡ ਨਿਊਜ਼ ਨਾ ਬਣ ਜਾਏ, ਮੈਰਿਜ ਸਰਟੀਫਿਕੇਟ ਵੀ ਬਹੁਤ ਇੰਪੋਰਟੈਂਟ ਹੁੰਦਾ ਹੈਗਾ। ਬਹੁਤ ਸਾਰੇ ਜੋੜੇ ਆਪਾਂ ਦੇਖੇ ਕਿ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹੈਗੇ ਤੇ ਦੇ ਆਰ ਵੋਕਲ ਅਬਾਊਟ ਇਟ। ਤੇ ਠੀਕ ਹੈ, ਅੱਜ ਕੱਲ੍ਹ ਦੇ ਸਮਾਜ 'ਚ ਚਲੋ ਠੀਕ ਹੈਗਾ, ਬਟ ਹੁਣ ਜਿਹੜੇ ਕਾਨੂੰਨ ਬਣੇ ਹੋਏ ਨੇ ਬਹੁਤ ਸਖਤ ਹੈਗੇ। ਤੇ ਜਿਹੜਾ ਵੀ ਸਾਡੇ ਕਲੋਜ਼ ਕੈਬਿਨ ਹੈਗੇ ਜਿੰਦੇ 'ਚ ਕੋਈ ਵੀ ਜੋੜਾ ਆ ਕੇ ਮੇਰੇ ਨਾਲ ਗੱਲ ਕਰਦਾ ਹੈ, ਮੈਂ ਕੈਬਿਨ 'ਚ ਬਹਿ ਕੇ ਉਹਨਾਂ ਦੀ ਗੱਲ ਸੁਣਦੀ ਹਾਂ, ਉਹਨਾਂ ਨੂੰ ਕਾਉਂਸਲ ਕਰਦੀ ਹਾਂ, ਤੇ ਇਹ ਗੱਲ ਸਿਰਫ ਉਸ ਜੋੜੇ ਤੱਕ ਹੀ ਰਹਿੰਦੀ ਹੈ, ਬਾਹਰ ਨਹੀਂ ਜਾਂਦੀ ਕਮਰੇ ਤੋਂ। ਕਿ ਮੈਮ ਇਹ ਜਿਹੜਾ ਮੈਂ ਦੱਸਿਆ ਨਾ ਪਹਿਲਾਂ ਕਿ ਇੰਨੇ ਸਾਰੇ ਕੁਐਸਚਨ ਮੈਂ ਤਿਆਰ ਕੀਤੇ ਨੇ, ਤੁਸੀਂ ਫਿਰ ਜਵਾਬ ਦੇ ਕੇ ਵਿੱਚ ਕੁਐਸਚਨ ਹੋਰ ਦੇਈ ਜਾ ਰਹੇ ਹੋ ਮੈਨੂੰ। ਤੇ ਇੱਕ ਹੋਰ ਐਡ ਆਨ ਹੋ ਗਿਆ ਮੈਨੂੰ ਕਿ ਮੰਨ ਲਓ ਤੁਹਾਡੇ ਕੋਲ ਕੋਈ ਆ ਰਿਹਾ ਤੇ ਬੇਸਿਕ ਐਲੀਜੀਬਿਲਟੀ ਮਤਲਬ ਕਿ ਜੇ ਤੁਸੀਂ ਲਿਵ ਇਨ ਜੋੜਿਆਂ ਦੀ ਗੱਲ ਕੀਤੀ ਰਹਿੰਦੇ ਆਪਸ 'ਚ, ਜ਼ਰੂਰੀ ਹੈ ਕਿ ਮੈਰਿਡ ਹੀ ਆ ਕੇ ਜੇ ਕੋਈ IVF ਚਾਹੁੰਦਾ ਹੈ ਮੈਰਿਡ ਹੀ ਕਰਵਾ ਸਕਦੇ ਹੈ ਜਾਂ ਤੁਸੀਂ ਉਹਨਾਂ ਦਾ ਸਰਟੀਫਿਕੇਟ ਚੈੱਕ ਕਰਦੇ ਹੋ, ਕਾਗਜ਼ ਚੈੱਕ ਕਰਦੇ ਹੋ? ਇਹਦੇ ਬਾਰੇ ਜ਼ਰੂਰ ਦੱਸੋ। ਕਈ ਲੋਕ ਇਹ ਵੀ ਸੋਚਦੇ ਹੋਣ ਕਿ ਅਸੀਂ ਮੈਰਿਜ ਤਾਂ ਨਹੀਂ ਕਰਵਾਈ ਪਰ ਆਪਣਾ ਬੱਚਾ ਕਰਨਾ ਚਾਹੁੰਦੇ, ਇਸ ਤਰ੍ਹਾਂ ਦਾ ਹੈ ਕੁਝ? ਇਹ ਵੀ ਪੋਸੀਬਲ ਹੈ? ਇਹ ਬਹੁਤ ਸਟ੍ਰਿਕਟ ਰੂਲ ਗਵਰਨਮੈਂਟ ਨੇ ਬਣਾਇਆ ਹੋਇਆ ਹੈ
ਕਿ ਜਿਹੜੇ ਵੀ ਜੋੜੇ ਦੰਪਤੀ ਤਾਂ ਮੈਰਿਡ ਹੈਗੇ ਉਹਨਾਂ ਨਾਲ ਤਾਂ ਕੋਈ ਦਿੱਕਤ ਨਹੀਂ ਹੈਗੀ ਬਟ ਉਹਨਾਂ ਦੀ ਵੀ ਉਮਰ ਹੈਗੀ ਹੈ ਜੇਕਰ ਤਾਂ ਤੁਸੀਂ ਕੋਈ ਵੀ ਇਨਫਰਟੀਲਿਟੀ ਟ੍ਰੀਟਮੈਂਟ IUI ਜਾਂ ਫਿਰ ਟੈਸਟ ਟਿਊਬ ਬੇਬੀ IVF ਹੋ ਗਿਆ ਤੇ ਤੁਹਾਡੀ ਉਮਰ ਜਿਹੜੀ ਹੈਗੀ ਹੈ 21 ਤੋਂ 50 ਸਾਲ ਕੁੜੀਆਂ ਦੀ ਤੇ 21 ਤੋਂ 55 ਸਾਲ ਮੁੰਡਿਆਂ ਦੀ ਹੋਣੀ ਚਾਹੀਦੀ ਹੈ ਬਟ ਜੇ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ ਹੈਗੇ ਤੇ ਫੀਮੇਲ ਮਾਂ ਬਣਨਾ ਚਾਹੁੰਦੀ ਹੈਗੀ ਹੈ ਤੇ ਫਿਰ ਇਹਦਾ ਇਹ ਹੈਗਾ ਕਿ ਸਿੰਗਲ ਫੀਮੇਲ ਤਾਂ ਮਾਂ ਬਣ ਸਕਦੀ ਹੈ ਪਰ ਮੁੰਡਾ ਪਿਤਾ ਨਹੀਂ ਬਣ ਸਕਦਾ ਜੀ ਇਹ ਹੈਗਾ ਜਿਵੇਂ मैं मोटा कहता लिव इन रिलेशनशिप जेड़े कपल्स आके मदर फादर बनना चाहते हैं तो एक बहुत बड़ा लॉ का प्रोसीजर है क्योंकि कल को वो शादी हुई नहीं हुई वो बच्चे में कुछ इनमें मैरिटल डिस्प्यूट या कुछ भी डिस्प्यूट होगा वो बच्चे का क्या रहेगा सो ये कुछ ग्रे एरिया हैं जो अभी भी सरकार के तहत आते हैं और हमें बहुत परमिशंस लेनी पड़ती हैं अगर हमें ऐसे जोड़े को माता पिता के लिए आगे हाँ इट इज़ अ ग्रे एरिया ਕਿਉਂਕਿ ਅਸੀਂ ਇਸ ਪੂਰੇ ਟੌਪਿਕ ਤੇ ਗੱਲ ਕਰ ਰਹੇ ਹਾਂ ਔਰ ਖੁੱਲ੍ਹ ਕੇ ਗੱਲ ਕਰ ਰਹੇ ਹਾਂ ਤਾਂ ਉਹ ਸਵਾਲ ਵੀ ਬਣਦਾ ਹੈ ਕਿ ਮੇਲ ਦੇ ਵਿੱਚ ਜਦੋਂ ਸਮੱਸਿਆ ਆਉਂਦੀ ਹੈ ਫੀਮੇਲ 'ਚ ਸਮੱਸਿਆ ਆਉਂਦੀ ਹੈ ਇਨਫਰਟੀਲਿਟੀ ਦੀ 5-4 ਮੋٹے ਕਾਰਨ ਕੀ ਹੈ ਤੁਸੀਂ ਲਾਈਫਸਟਾਈਲ ਤੇ ਸਾਨੂੰ ਦੱਸਤਾ ਹੋਰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣ ਜਦੋਂ ਮੈਂ ਕਿਹਾ ਸੀਗਾ ਲਾਈਫਸਟਾਈਲ ਚੇਂਜਸ ਇਸ ਕੈਟਾਗਰੀ 'ਚ ਬਹੁਤ ਜ਼ਿਆਦਾ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਸਮੋਕਿੰਗ ਨਹੀਂ ਕਰਨੀ ਐਲਕੋਹਲ ਦਾ ਸੇਵਨ ਨਹੀਂ ਕਰਨਾ ਜਿਹੜੀ ਆਪਾਂ ਕਾਫੀ ਕੈਫੀਨ ਲੈਂਦੇ ਰਹਿੰਦੇ ਆ ਕਾਫੀ ਐਡਿਕਟ ਹੈ ਇਹ ਵੀ ਸਾਡੇ ਸ਼ੁਕਰਾਣੂ ਤੇ ਅੰਡਿਆਂ 'ਚ ਬਹੁਤ ਜ਼ਿਆਦਾ ਅਸਰ ਪਾਉਂਦੇ ਨੇ ਮਤਲਬ ਮੁੰਡਿਆਂ ਬਾਰੇ ਗੱਲ ਕਰੀਏ ਤਾਂ ਵੀਕਐਂਡ ਤੇ ਪਾਰਟੀਆਂ ਘਟਾ ਦੇਣ ਜੇ ਮੈਰਿਜ ਕਰਾਉਣ ਜਾ ਰਹੇ ਆ ਤੇ ਨਹੀਂ ਉਹ ਜਿਹਾ ਨਹੀਂ ਹੈ ਹੈਵ ਇਨ ਮੋਡਰੇਸ਼ਨ ਜ਼ਰੂਰੀ ਨਹੀਂ ਹੈ ਕਿ ਸਭ ਕੁਝ ਇੱਕਦਮ ਹੀ ਤੁਸੀਂ ਸਾਧੂ ਸੰਤ ਬਣ ਜਾਓ ਇਹੋ ਨਹੀਂ ਹੈਵ ਇਨ ਮੋਡਰੇਸ਼ਨ ਤਾਂ ਪਾਰਟੀ ਹੈਗੀ ਹੈ ਦੇਖੋ ਹੁਣ ਡਾਕਟਰ ਇਸ ਤਰ੍ਹਾਂ ਕਹਿਣਗੇ ਸਾਨੂੰ ਚਲੋ ਕੋਈ ਗੱਲ ਨਹੀਂ ਜੀ ਬਿਲਕੁਲ ਠੀਕ ਹੈ ਅਤੀ ਤਾਂ ਹਰ ਇੱਕ ਚੀਜ਼ ਦੀ ਮਾੜੀ ਹੁੰਦੀ ਹੈ ਜਿਹੜਾ ਹੈਗਾ ਹੈਲਦੀ ਫੂਡ ਹੈਲਦੀ ਸਨੈਕਸ ਬਹੁਤ ਇੰਪੋਰਟੈਂਟ ਹੈ ਰੋਂਗ ਫੈਟ ਨਹੀਂ ਲੈਣਾ ਹੈ ਜਿਹੜੇ ਆਪਾਂ ਚਿਪਸ ਖਾਂਦੇ ਰਹਿੰਦੇ ਨੇ ਕੋਕਾ ਕੋਲਾ ਪੀਂਦੇ ਰਹਿੰਦੇ ਨੇ ਮੈਗੀ ਖਾਂਦੇ ਰਹਿੰਦੇ ਨੇ ਉਹਦਾ ਸੇਵਨ नहीं करना दूसरी चीज़ स्ट्रेस बहुत बड़ा फैक्टर हो गई है जो एक ये फर्टिलिटी का कारण बन रही है जो जोड़े माता पिता नहीं बन पा रहे हैं स्ट्रेस इज़ वेरी इंपॉर्टेंट तीसरा मैं ये कहूँगी कि प्रॉपर अवेयरनेस होनी कि यू शुड नो योर बॉडी कब टाइम पीरियड है कब आप कंसेप्शन के लिए जाएंगे कब आपके सबसे ज़्यादा चांसेस बढ़ सकते हैं और कब आपको इलाज के लिए जाना चाहिए बहुत ज़्यादा ज़रूरी है ਇਹ 'ਚ ਕਿੰਨੀ ਸੱਚਾਈ ਹੈ ਕਿ ਜੋ ਲੋਕ IT ਨਾਲ ਜ਼ਿਆਦਾ ਜੁੜੇ ਹੋਏ ਜਾਂ ਜਿਨ੍ਹਾਂ ਨੇ ਲੈਪਟਾਪ ਤੇ ਜ਼ਿਆਦਾ ਕੰਮ ਹੈ ਉਹ ਕਈ ਵਾਰ ਆਪਾਂ ਦੇਖ ਰਹੇ ਕੈਜੂਅਲੀ ਸੋਫੇ ਤੇ ਬੈਠੇ ਤਾਂ ਆਪਣਾ ਲੈਪਟਾਪ ਚਲਾ ਰਹੇ ਕਹਿੰਦੇ ਕਿ ਇਹ ਵੀ ਤੁਹਾਡੇ ऑर्गन्स ਦੇ ਨਜ਼ਦੀਕ ਹੋਵੇ ਜਾਂ ਤੁਹਾਡੇ ਸਰੀਰ ਦੇ ਨਜ਼ਦੀਕ ਹੋਵੇ ज़्यादा देर तक तो इम्पैक्ट कर दे है जो सच्चाई लैपटॉप्स अगर आप बहुत देर तक यूज़ कर रहे हैं या फिर आप फ़ोन भी बहुत देर तक चला रहे हैं वो गर्म हो जाता है और सबसे ज़्यादा नुकसान तब होता है जब आप बैटरी लगा के फ़ोन या लैपटॉप इस्तेमाल करते हैं जो उसकी गर्म वेव्स या इलेक्ट्रोमैग्नेटिक रेडिएशन है वो आपके शरीर के कहीं भी जाएं किसी भी सेल को ख़राब कर सकती हैं और क्योंकि अगर जो पुरुष है उनके जो अंग हैं जो उनका अंडकोश है वो नीचे की तरफ होता है वो ज़्यादा गर्मी नहीं झेल पाता तो उसमें जो शुक्राणु की पैदावार है वो कम हो सकती है जिसकी वजह से नुकसान हो सकता है और कई लोग 8-8 घंटे भी ड्यूटियां करते इस तरह जो IT सेक्टर च खास करके हाँ IT सेक्टर में तो ऑब्वियसली हार्ड वर्क है ही थे उन सब पुरुषां के ਹੁਣ सच्ची लैपटॉप नहीं रखने अब लैपटॉप के टेबल्स आ गए हैं सेपरेटली उनको इस्तेमाल करो ज़्यादा उसमें भी आई थिंक बेटरमेंट होगी और एक और चीज़ जब आपने ये बताया कि बहुत सारे जो पुरुष हैं या लड़के हैं वो जिम जाते हैं जिम में वो लोग वे प्रोटीन्स लेते हैं एंड एवरीबडी वांट्स टू लुक गुड हम सबको डोले चाहिए हम सबको 6 पैक्स बनाने हैं क्योंकि हर एक की फिल्म इंडस्ट्री में बॉलीवुड में हॉलीवुड में बॉलीवुड में चल रहा है बट उसमें जो टेस्टोस्टेरोन या स्टेरॉइड्स के इंजेक्शन लेते हैं वो एक बार को तो चलो ठीक है आपके डोले बना देंगे बट वो वहीं पे ज़्यादा हार्मोन के लेवल होने से आपके शुक्राणुओं को भी खत्म करते जा रहे हैं कैफीन ਦਾ ਲੈਵਲ ਵੀ ਜ਼ਿਆਦਾ ਹੋ ਜਾਂਦਾ ਹੈ वो मैं पहले ही दसिया सीगा कॉफ़ी मॉडरेशन में लेनी चाहिए 2 भी ठीक है 2 कप्स आप ले रहे हैं बट अगर आप ब्लैक कॉफ़ी ले रहे हैं बहुत कंसनट्रेटेड ले रहे हैं और 8-8 9-9 चल रहे हैं और स्मोकिंग चल रही है साथ में स्ट्रेस वाला एनवायरनमेंट है देन ये सारी चीज़ें इकट्ठा बहुत नुकसानदायक है एक सवाल हो रहा है मैम कि ਜਦੋਂ ਨੈਚੁਰਲ ਕਨਸੀਵ ਕੋਈ ਕਰ ਲੈਂਦਾ ਇਸ ਪੂਰੇ ਪ੍ਰੋਸੀਜਰ ਦੇ ਵਿੱਚ ਉਸ ਤੋਂ ਬਾਅਦ ਮਿਸਕੈਰੀਏਜ ਦੇ ਕੇਸਿਸ ਬਹੁਤ ਸਾਰੇ ਆਉਂਦੇ ਉਸ ਤੋਂ ਬਾਅਦ ਕੁਝ ਉਮੀਦ ਬਣਦੀ ਹੈ ਕਿਉਂਕਿ ਜਿੰਨਾ ਸਾਡੇ ਸਮਝ 'ਚ ਹੈ ਕਿ ਜੋ
ਬੱਚੇਦਾਨੀ ਹੈ ਲੇਡੀ ਦੀ ਜਾਂ ਜੋ ਉਹਦੀ ਕੈਪੈਸਿਟੀ ਹੈ ਬੱਚੇ ਨੂੰ ਹੋਲਡ ਕਰਨ ਦੀ, ਉਹ ਖਤਮ ਹੁੰਦੀ ਜਾਂਦੀ ਹੈ ਸਮੇਂ ਦੇ ਹਿਸਾਬ ਨਾਲ। ਇਸ ਦੇ ਵਿੱਚ किस तरह की हेल्प हो सकती है? पहले तो मिसकैरेज गर्भपात वो दो तरीके का हो सकता है। एक महिला जिसने कभी भी बच्चा नहीं किया और उसने 2-3 दिन या एक हफ्ता ऊपर हुआ, प्रेगनेंसी की लाइन आई 2 और वो गर्भपात हो गई, अपने आप ही ब्लीडिंग स्टार्ट हो गई। मैं ਜਿਹੜੀ ਵੀ ਮੇਰੀ ਪ੍ਰੈਕਟਿਸ ਹੈਗੀ ਮਤਲਬ ਕਿ 50% ਇਹੋ ਜੀ ਔਰਤਾਂ ਆਂਦੀਆਂ ਨੇ, ਉਹ ਕਹਿੰਦੇ 2 ਲਾਈਨ ਤਾਂ ਆਏ ਸੀਗੇ ਬਟ ਅਸੀਂ ਅਲਟਰਾਸਾਊਂਡ ਨਹੀਂ ਕਰਾਇਆ ਬਟ ਆਪਣੇ ਆਪ ਬਲੀਡਿੰਗ ਹੋ ਗਈ, ਖੂਨ ਦੇ ਮਾਸ ਜਾਂ ਕਤਰੇ ਨਿਕਲੇ ਨੇ। ਦੂਜਾ ਹੁੰਦਾ ਹੈਗਾ ਕਿ ਤੁਸੀਂ ਦੇਖਦੇ ਹੈਗੇ ਕਿ ਦੂਜੇ ਤੀਜੇ ਮਹੀਨੇ ਤੇ ਵੀ ਤੁਸੀਂ ਅਲਟਰਾਸਾਊਂਡ ਕਰਾਇਆ, ਧੜਕਣ ਘੱਟ ਹੋ ਗਈ ਜਾਂ ਫਿਰ ਸਭ ਕੁਝ ਠੀਕ ਚੱਲ ਰਿਹਾ ਸੀਗਾ, ਇੱਕਦਮ ਹੀ ਮਾਸਿਕ ਆ ਗਈ ਤੇ ਬੱਚਾ ਅਬੋਰਟ ਹੋ ਗਿਆ। ਤੇ ਇਹਦੇ ਜਿਹੜੇ ਕਾਰਨ ਹੈਗੇ ਉਹ ਵੀ बच्चे नाल भी संबंधित हो सकते हैं तो और औरतों नाल भी। जिन औरतों को शुगर या फिर बीपी या कोई भी थायराइड की प्रॉब्लम है उनमें गर्भपात होने के जो प्रॉब्लम्स हैं वो ज़्यादा हो सकती हैं। या जिनकी गर्भाशय, जैसे आपने बोला कि अगर बार बार भी आपका गर्भपात हो रहा है तो आपकी क्षमता बच्चेदानी की कमज़ोर होती जाती है और उसमें भी गर्भपात के जो चांसेस है बढ़ते जाएंगे। कुछ औरतों की जो गर्भाशय होती है वो जन्म से ही वीक होती है, उनमें या कभी मस्से होते हैं या कोई दवार बड़ी होती है, तो वो आप किसी डॉक्टर के पास जाएंगे अगर आपके बार बार गर्भपात हो रही हैं, एक बार भी हो गया, मुझे लगता है आप अपना प्रॉपरली ट्रीटमेंट करवाएं। वो अल्ट्रासाउंड से ही हमें पता चल जाएगा कि गर्भाशय कमज़ोर है, गर्भाशय में कुछ ऐसा तो नहीं है कि गर्भपात बार बार हो रहा है। कुछ 20% तक गर्भपात जो होते हैं वो जेनेटिक कारण भी हो सकते हैं, आपके डीएनए क्रोमोसोम से भी रिलेटेड हो सकते हैं, वो आपके हस्बैंड के द्वारा भी आ सकते हैं या आप में भी कुछ ऐसा हो सकता है कि बच्चा ही खराब अंदर बना हो जो कि नेचर वाइज सक्षम ना हो। तो ऐसे बच्चे जो चिपकते हैं, जो अपने अंदरूनी रूप से ही कमज़ोर हैं, वो भी अपने आप गर्भपात माता पिता को करा देते हैं। जो ਤੁਹਾਡੇ ਕੋਲ ਕਪਲ ਆਂਦਾ ਹੈ ਫਸਟ ਟਾਈਮ ਤੁਹਾਨੂੰ ਵਿਜ਼ਿਟ ਕਰ ਰਿਹਾ ਹੈ ਤੁਹਾਡੇ ਸੈਂਟਰ ਤੇ, ਕੋਈ ਬੇਸਿਕ ਟੈਸਟ ਕਰਵਾਉਂਦੇ ਹੋ ਉਹਨਾਂ ਦਾ ਪਹਿਲਾਂ ਤਾਂ ਕਿ ਸਾਰੇ ਰੀਜ਼ਨ ਜਾਣ ਕੇ ਫਿਰ ਟੇਬਲ ਤੇ ਬੈਠਿਆ ਜਾਵੇ ਕਿ ਕਰਨਾ ਕੀ ਹੈ? ਬਿਲਕੁਲ ਮੇਰੇ ਕੋਲ ਅਧਿਕਤਰ 20 ਤੋਂ 25% ਇਹੋ ਜਿਹੇ ਲੋਕ ਆਉਂਦੇ ਨੇ ਜਿਨ੍ਹਾਂ ਦੇ ਬਾਰ-ਬਾਰ ਗਰਭਪਾਤ ਦੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਦਾ ਬਲੱਡ ਗਰੁੱਪ ਦਾ ਜਾਂਚ ਕਰਨਾ, ਉਹਨਾਂ ਖੂਨ ਦੀ ਜਾਂਚਾਂ ਕਰਨਾ, ਥਾਇਰਾਇਡ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ ਤੇ ਇੱਕ ਰੂਬੈਲਾ ਦੀ ਜਾਂਚ ਵੀ ਹੁੰਦੀ ਹੈ। ਇੱਕ ਇਨਫੈਕਸ਼ਨ ਹੈਗੀ ਹੈ ਜਿਹਦੇ ਕਾਰਨ ਫਸਟ ਟ੍ਰਾਈਮੈਸਟਰ ਜਾਂ ਪਹਿਲੇ ਦੂਜੇ ਤੀਜੇ ਮਹੀਨੇ 'ਚ ਗਰਭਪਾਤ ਦੇ ਚਾਂਸਸ ਵੱਧ ਜਾਂਦੇ ਨੇ। ਇਹਨਾਂ ਲੋਕਾਂ 'ਚੋਂ ਆਪਾਂ ਪ੍ਰੋਲੈਕਟਿਨ ਜਾਂ ਹਾਰਮੋਨ ਦੇ ਟੈਸਟ ਵੀ ਕਰਾਉਂਦੇ ਨੇ, ਇਨਫੈਕਸ਼ਨ HbA1c ਸ਼ੂਗਰ ਦੀ ਜਾਂਚ ਕਰਾਉਂਦੇ ਨੇ, BP ਲੈਂਦੇ ਨੇ। ਬਹੁਤ ਸਾਰੀ ਫੀਮੇਲ ਜਿਨ੍ਹਾਂ ਦਾ BMI 25 ਤੋਂ ਜ਼ਿਆਦਾ ਹੁੰਦਾ, ਮਤਲਬ ਥੋੜੇ ਜਿਹੇ ਮੋਟਾਪੇ ਦੇ ਸ਼ਿਕਾਰ ਹੁੰਦੀ ਹੈ, ਉਹਨਾਂ 'ਚ ਵੀ ਦੇਖਿਆ ਗਿਆ ਹੈ ਗਰਭਪਾਤ ਦੇ ਚਾਂਸਸ ਵੱਧਦੇ ਹੈ। ਬੇਸਿਕ ਜੋ ਤੁਸੀਂ ਟੈਸਟ ਕਰਵਾਉਂਦੇ ਹੋ ਉਹ ਕਿੰਨੇ ਤੱਕ ਦੇ, ਮਤਲਬ ਮੋਟਾ ਮੈਂ ਕੋਈ ਐਗਜ਼ੈਕਟ ਅਮਾਊਂਟ ਨਹੀਂ ਪੁੱਛ ਰਿਹਾ ਕਿ ਬੰਦਾ ਪ੍ਰਿਪੇਅਰ ਰਹੇ ਕਿ ਅਸੀਂ ਜੇ ਡਾਕਟਰ ਨਿਤਾਸ਼ਾ ਕੋਲ ਜਾਣਾ ਹੈ ਫੋਰ ਐਗਜ਼ਾਮਪਲ ਤੇ ਮੈਂ ਕਿੰਨੇ ਤੱਕ ਦੇ ਪੈਸਿਆਂ ਦਾ ਜੁਗਾੜ ਕਰਕੇ ਜਾਵਾਂ ਤਾਂ ਕਿ ਇੰਨੇ ਟੈਸਟ ਹੋ ਜਾਣਗੇ? ਇਹ ਵੀ ਇੱਕ ਬਹੁਤ ਵੱਡਾ ਸਵਾਲ ਲੋਕਾਂ ਦੇ ਮਨਾਂ 'ਚ ਆਉਂਦਾ ਹੈ। ਹਾਂ ਦੇਖੋ, ਜਿਹੜਾ ਆਪਾਂ ਟੈਸਟ ਕਰਦੇ ਹਾਂ ਨਾ, ਆਪਾਂ ਕਪਲਸ ਦਾ ਇਕੱਠੇ, ਜੋੜੇ ਦੇ ਇਕੱਠੇ ਟੈਸਟ ਹੁੰਦਾ ਜਿਨ੍ਹਾਂ 'ਚ ਔਰਤਾਂ ਦੇ ਵੀ ਟੈਸਟ ਹੁੰਦੇ ਨੇ, ਕੁਝ ਬਲੱਡ ਦੇ ਹਾਰਮੋਨਸ ਦੇ, ਤੇ ਪੁਰਸ਼ਾਂ ਦੇ ਵੀ ਕੁਝ ਹਾਰਮੋਨਸ ਤੇ ਬਲੱਡ ਦੇ ਟੈਸਟ ਹੁੰਦੇ ਜੇ ਲੱਗਦਾ ਹੈ। ਤੇ ਜਿਹੜੇ ਔਰਤਾਂ ਦੇ ਹੁਣ ਤਾਂ ਪੈਨਲ ਬਣੇ ਹੋਏ ਨੇ, ਬਹੁਤ ਆਰਾਮ ਨਾਲ ਪੈਨਲ 'ਚ ਟੈਸਟ ਹੁੰਦੇ ਨੇ। 6000 'ਚ ਮੈਨੂੰ ਲੱਗਦਾ ਫੀਮੇਲਸ ਦੇ ਸਾਰੇ ਟੈਸਟ ਹੋ ਜਾਂਦੇ ਨੇ, 12-15 ਟੈਸਟ ਹੁੰਦੇ ਨੇ। ਤੇ ਪੁਰਸ਼ਾਂ ਦੇ ਟੈਸਟ ਵੀ 2-3 ਹਜ਼ਾਰ 'ਚ ਸਾਰੇ ਹੋ ਜਾਂਦੇ ਨੇ। ਤੇ ਮੋਟਾ ਦੇਖਾ ਜਾਏ 8-9 ਹਜ਼ਾਰ 'ਚ ਸਾਰੇ ਟੈਸਟ ਹੋ ਜਾਂਦੇ ਨੇ ਜਿੰਨੇ ਫਰਟੀਲਿਟੀ ਲਈ ਮੈਨੂੰ ਚਾਹੀਦੇ ਹੁੰਦੇ ਨੇ। ਔਰ ਅੱਗੇ ਦਾ ਇਲਾਜ ਵੀ ਉਹਨਾਂ ਟੈਸਟਾਂ ਦੇ ਬੇਸਿਸ ਤੇ ਹੀ ਹੋ ਜਾਂਦਾ ਹੈ। ਅਲਟਰਾਸਾਊਂਡ ਵਗੈਰਾ ਵੀ ਸਭ ਕੁਝ ਇਹਦੇ 'ਚ ਹੀ ਹੋ ਜਾਂਦਾ ਹੈ। ਪੁਰਸ਼ ਦੇ ਸ਼ੁਕਰਾਣੂ ਦੀ ਜਾਂਚ ਵੀ ਆਪਾਂ ਕਰਦੇ ਹਾਂ, ਜੇ ਇੰਪੋਰਟੈਂਟ ਹੈਗੀ ਹੈ, ਉਹ ਵੀ ਇਹਦੇ 'ਚ ਹੀ ਹੋ ਜਾਂਦੀ ਹੈ। TB ਜਿਸ ਨੂੰ ਹੋਇਆ ਹੋਵੇ, ਪਹਿਲਾਂ ਹੋ ਕੇ ਠੀਕ ਹੋ ਗਿਆ ਹੋਵੇ ਜਾਂ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਉਹ ਪ੍ਰੋਮਿਨੈਂਟਲੀ ਦੇਖਿਆ ਜਾ ਰਿਹਾ ਹੋਵੇ, ਉਹ ਵੀ IVF ਦੇ ਉਸ ਵਾਸਤੇ ਆਂਦੇ ਤੁਹਾਡੇ? ਤੁਸੀਂ ਦੱਸ ਰਹੇ ਸੀ ਕੁਝ ਕੇਸਿਸ ਆਂਦੇ ਤੁਹਾਡੇ ਕੋਲ ਇਸ ਤਰ੍ਹਾਂ। ਹਾਂ ਦੇਖੋ, ਜਿਹੜਾ TB ਹੈਗਾ ਉਹ ਬਹੁਤ ਹੀ ਨਾਸ਼ਕ ਬਿਮਾਰੀ ਹੈ ਜੀ। 2 ਤੋਂ 5% ਲੋਕੀ ਜਿਹੜੇ ਮੇਰੇ ਕੋਲ ਆਂਦੇ ਨੇ ਜਿਨ੍ਹਾਂ ਨੂੰ ਨਿਸੰਤਾਨਤਾ ਜਾਂ ਬੇਔਲਾਦਪਨ ਰਹਿੰਦੀ ਹੈ, ਉਹਨਾਂ ਨੂੰ TB ਮੈਂ ਦੇਖਿਆ ਹੁੰਦੀ ਹੈਗੀ ਹੈ। ਕੁਝ ਲੋਕੀ ਮੇਰੇ ਕੋਲ ਪਹੁੰਚਦੇ ਨੇ, ਕਹਿੰਦੇ ਨੇ ਕਿ ਹਿਸਟਰੀ ਦਿੰਦੇ ਨੇ ਕਿ TB ਦਾ ਇਲਾਜ ਬਚਪਨ 'ਚ ਹੋ ਚੁੱਕਿਆ ਹੈ ਜੀ। ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈਗੀ ਬੱਚੇਦਾਨੀ ਦੀ TB ਨਹੀਂ ਹੁੰਦੀ, ਜੇ ਉਹਨਾਂ ਨੂੰ ਛਾਤੀ ਦੀ TB ਹੈਗੀ, ਹੱਡੀ ਦੀ TB ਹੈਗੀ ਹੈ। ਬਟ ਜੇਕਰ ਤੁਸੀਂ TB ਦੀ ਗੱਲ ਕਰਦੇ ਹੋ ਤੇ TB ਜਿਨ ਲੋਕਾਂ ਨੂੰ ਹੁੰਦਾ ਹੈਗਾ, ਜਿਹੜੇ ਜੇ ਬੇਔਲਾਦਪਨ ਹੈ, ਉਹਨਾਂ ਦਾ ਜਿਹੜਾ ਮਾਸਿਕ ਚੱਕਰ ਹੈਗਾ ਉਹ ਵਿਗੜ ਜਾਂਦਾ ਹੈਗਾ। ਉਹ ਮਾਸਿਕ ਬਹੁਤ ਘੱਟ ਆਉਣ ਲੱਗ ਜਾਂਦੀ ਨੇ ਜਾਂ ਫਿਰ ਖਤਮ ਵੀ ਹੋ ਜਾਂਦੀ ਹੈ। 3-3 ਮਹੀਨੇ ਹੋ ਜਾਂਦੇ ਨੇ, ਮਾਸਿਕ ਨਹੀਂ ਆਉਂਦੀ ਹੈਗੀ। ਤੇ ਉਹਨਾਂ ਦੇ ਜਿਹੜੇ ਅੰਡੇ ਹੈਗੇ, ਅੰਡੇ ਵੀ ਘੱਟ ਹੋ ਜਾਂਦੇ ਨੇ। ਹੋ ਸਕਦਾ ਹੈ ਉਹਨਾਂ ਨੂੰ ਪਸ ਵੀ ਪੈ ਜਾਂਦੀ ਹੈ ਕਦੇ ਹੈ ਨਾ। ਤੇ ਜੇ ਆਪਾਂ ਔਰਤਾਂ ਦੇ ਪ੍ਰਜਨਨ ਦੇ ਅੰਗ ਦੇਖਣ ਤੇ ਬੱਚੇਦਾਨੀ ਹੁੰਦੀ ਹੈ, ਟਿਊਬਾਂ ਹੁੰਦੀਆਂ ਨੇ 2 ਤੇ ਅੰਡੇਦਾਨੀਆਂ ਹੁੰਦੀਆਂ ਨੇ। ਇਹ TB ਦਾ ਜੇ ਕੀਟਾਣੂ ਹੈਗਾ, ਇਹ ਬੱਚੇਦਾਨੀ ਨੂੰ ਵੀ ਅਫੈਕਟ ਕਰ ਸਕਦਾ ਹੈ। ਪੀਰੀਅਡਸ ਨਹੀਂ ਆਉਂਦੇ,
ਅੰਡੇਦਾਨੀ ਨੂੰ ਅਫੈਕਟ ਕਰ ਸਕਦੇ, ਅੰਡਾ ਨਹੀਂ ਬਣਦਾ, ਅੰਡਾ ਨਹੀਂ ਬਣੇਗਾ ਬੱਚਾ ਕਿਵੇਂ ਹੋਏਗਾ। ਤੇ 100% ਜੇ ਟੀਬੀ ਬੱਚੇਦਾਨੀ ਦੀ ਹੈਗੀ ਹੈ ਉਹ ਟਿਊਬਾਂ ਨੂੰ ਨਸ਼ਟ ਕਰ ਦਿੰਦੀ ਨਹੀਂ। ਜਿਨ੍ਹਾਂ ਨੇ ਇਹ ਸਾਰੇ ਪ੍ਰੋਸੀਜਰ ਨੂੰ ਸ਼ੁਰੂ ਕਰਨਾ ਹੈ ਉਹ ਚੂਜ਼ ਕਿਵੇਂ ਕਰੇ? ਤੁਸੀਂ ਹਰ ਕੋਨੇ 'ਚ ਚਲੇ ਜਾਓ, ਸਾਰੇ ਪਾਸੇ ਸੈਂਟਰ ਖੁੱਲੇ, ਕਿਹੜੇ ਸੈਂਟਰ ਜਾਇਆ ਜਾਵੇ? ਇਹ ਵੱਡਾ ਸਵਾਲ ਹੁੰਦਾ ਮਨ 'ਚ। ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਦੋਂ ਆਪਾਂ 10,000 ਵੀ ਇਨਵੈਸਟ ਕਰਨਾ ਹੁੰਦਾ ਆਪਾਂ ਪਤਾ ਨਹੀਂ ਕਿੰਨਾ ਸੋਚਦੇ ਹੈਗੇ ਹੈ। ਤੇ ਜੇਕਰ ਕੋਈ ਕਪਲ IUI ਜਾਂ IVF ਲਈ ਵੀ ਜਾਂਦਾ ਹੈ ਉਹਨੂੰ ਪਤਾ ਹੈ ਮੋਟਾ ਪੈਸਾ ਲੱਗੂਗਾ ਕਿ ਕਿਉਂਕਿ IVF ਦੀ ਜਿਹੜੀ ਸਕਸੈਸ ਹੈ ਉਹ 100% ਨਹੀਂ ਹੈਗੀ ਹੈ। ਕਿਸੇ ਵੀ ਟ੍ਰੀਟਮੈਂਟ ਦੀ ਸਕਸੈਸ ਫਿਲਹਾਲ ਜਿਹੜੇ ਇੰਪਲਾਂਟੇਸ਼ਨ ਹੈ ਤੁਸੀਂ ਮੰਨ ਕੇ ਚਲੋ 60 ਤੇ 70%। ਅੱਛਾ, ਅੱਜ ਦੇ ਜ਼ਮਾਨੇ 'ਚ ਬਹੁਤ ਵਧੀਆ ਹੈਗਾ ਕਿਉਂਕਿ ਪਹਿਲਾਂ 2 ਦਸ਼ਕ ਪਹਿਲਾਂ ਤਾਂ ਸਿਰਫ 20-25% ਸੀਗਾ। ਬਟ ਸਾਇੰਸ ਤੇ ਟੈਕਨੋਲੋਜੀ ਇੰਨੀ ਐਡਵਾਂਸ ਕਰ ਗਈ, ਹੁਣ ਬਲਾਸਟੋਸਿਸ ਦੀ ਕਲਚਰ ਮੀਡੀਆ ਆ ਗਿਆ ਹੈਗਾ, ਲੇਜ਼ਰ ਅਸਿਸਟਡ ਹੈਚਿੰਗ ਹੁੰਦੀ ਹੈ, ਐਮਬ੍ਰੀਓ ਗਲੂ ਹੈਗਾ, ਕਿੰਨੀ ਜ਼ਿਆਦਾ ਚੀਜ਼ਾਂ ਐਡਵਾਂਸ ਹੋ ਗਈਆਂ। ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿਹੜਾ IVF ਸੈਂਟਰ ਚੁਣ ਕੇ ਸਾਨੂੰ ਲੈਣਾ ਚਾਹੀਦਾ ਹੈ, ਸਾਨੂੰ ਜਾਣਾ ਚਾਹੀਦਾ ਹੈ, ਸਾਡੀ ਸਕਸੈਸ ਇੱਕ ਵਾਰੀ 'ਚ ਹੋ ਜਾਏ, ਇੱਕ ਵਾਰੀ ਫੈਮਿਲੀ ਕੰਪਲੀਟ ਹੋ ਜਾਏ, ਇਹ ਸਾਰੇ ਦੰਪਤੀ ਸੋਚਦੇ ਨੇ। ਤੇ ਮੈਂ ਕਹਿੰਦੀ ਹਾਂ ਕਿ ਤੁਸੀਂ ਉੱਧਰ ਜਾ ਕੇ ਉੱਧਰ ਜਿੰਨੇ ਵੀ ਪੇਸ਼ੈਂਟਸ ਹੈਗੇ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਦੇਖੋ। ਤੇ ਡਾਕਟਰ ਟ੍ਰੀਟ ਕਰ ਰਿਹਾ ਹੈ ਕਿ ਲੈਬ 'ਚ ਟੈਕਨੀਸ਼ੀਅਨ ਤਾਂ ਨਹੀਂ ਬੈਠਿਆ ਹੋਇਆ, ਲੈਬ 'ਚ ਵੀ ਡਾਕਟਰ ਹੈਗਾ ਕਿਉਂਕਿ ਐਕਸਪੀਰੀਅੰਸ ਬਹੁਤ ਵੱਡੀ ਚੀਜ਼ ਹੈਗੀ ਹੈ। ਜੇਕਰ ਤਾਂ ਤੁਹਾਡਾ ਕਲੀਨੀਸ਼ੀਅਨ ਤੁਹਾਡੇ ਡਾਕਟਰ ਦੀ ਉਹਨਾਂ ਦੀ ਲੈਬ ਦੀ ਐਕਸਪੀਰੀਅੰਸ ਬਹੁਤ ਵਧੀਆ ਹੈਗੀ ਹੈ, ਇੱਕ ਤੋਂ ਇੱਕ ਅੱਛੀ ਟੈਕਨੋਲੋਜੀ ਹੈਗੀ ਹੈ, ਉਹਦੇ 'ਚ ਤੁਸੀਂ ਸੈਂਟਰ 'ਚ ਜਾਓਗੇ ਤਾਂ ਡੈਫੀਨੇਟਲੀ ਸਕਸੈਸ ਦਾ ਦਰ ਤੁਹਾਡਾ ਵਧੇਗਾ ਹੀ ਵਧੇਗਾ। ਤੇ ਨਾਲੇ ਲੈਬ ਦੀ 에ਅਰ ਕੁਆਲਿਟੀ ਕਿਵੇਂ ਹੈਗੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਡੇ ਇੱਧਰ ਦੀ ਚੰਡੀਗੜ੍ਹ ਦੀ 에ਅਰ ਕੁਆਲਿਟੀ ਤੇ ਦਿੱਲੀ ਦੀ 에ਅਰ ਕੁਆਲਿਟੀ ਤੁਸੀਂ ਮੈਜ਼ਰ ਕਰੋ, ਬਹੁਤ ਫਰਕ ਹੈਗੀ ਹੈ। ਉਸੀ ਤਰੀਕੇ ਨਾਲ ਜਿਹੜੇ ਤੁਹਾਡੇ ਛੋਟੇ ਬੱਚੇ ਆਪਾਂ ਬਣਾ ਕੇ ਲੈਬ 'ਚ ਰੱਖਦੇ ਨੇ ਉਹਨਾਂ ਨੂੰ ਬਹੁਤ ਵਧੀਆ 에ਅਰ ਕੁਆਲਿਟੀ ਚਾਹੀਦੀ ਹੈ। ਜੇ ਲੈਬ ਦੇ ਕਲਚਰ ਮੀਡੀਆ, ਲੈਬ ਦੀ 에ਅਰ ਕੁਆਲਿਟੀ, ਜੇ ਤੁਹਾਡਾ ਐਕਸਪੀਰੀਅੰਸਡ ਲੈਬ ਵਾਲਾ ਹੋਏਗਾ, ਲੈਬ ਦੇ ਡਾਕਟਰ ਹੋਣਗੇ, ਤੁਹਾਡੇ ਕੋਲ ਡਾਕਟਰ ਹੋਣਗੇ, ਜਾਂਦਾ ਹੈ ਕਿ ਅਸੀਂ ਆ ਸਾਰੇ ਪ੍ਰੋਸੀਜਰ ਕਰਾਂਗੇ, बिल्कुल ये सिस्टम है साडे कोल। बिल्कुल ये सारे एक्चुअली हमारे डायरेक्शंस लगे हुए हैं, हमारे फोटोग्राफ्स लगे हुए हैं। जब हम बेबी बनाते हैं तो प्रॉपर एम्ब्रियो की हम फोटोग्राफ्स दिखाते हैं। तो और ऊपर से ये विश्वास का एक वो ज़रिया ही होता है, एक ट्रस्ट फैक्टर ही होता है कि हम लोग हर पेशेंट को लैब तो लेके जाना संभव नहीं है क्योंकि बहुत क्वालिटी स्टैंडर्ड्स मेंटेन करके रखना होता है। बट यस मैं वही कह रही हूँ, जेकर कोई दंपति उत्थे आया हैगा तो तुसी आपे उधर बैठे लोगों नाल गल करो, तुसी पब्लिक नाल गल करो, तुसी पेशेंट्स नाल गल करो, तुहानू अपने आप ही पता चल जाऊगा किवें हैगा वातावरण, किवें हैगा रिजल्ट्स, किवें हैगे वो अपने आप ही बोलणगे। कपल तुहाडे कोल आ गए, ਤੁਸੀਂ ਐਗਸ ਲਿਆ ਲੇਡੀ ਕੋਲੋਂ, ਬੰਦੇ ਕੋਲੋਂ ਸਪਰਮ ਕਲੈਕਟ ਕੀਤੇ, ਫਿਰ ਉਸ ਨੂੰ ਲੈਬ ਦੇ ਵਿੱਚ ਤੁਸੀਂ ਗਰੋ ਕਰਦੇ ਹੋ, ਜਿਵੇਂ ਮਤਲਬ ਤੁਹਾਡੀ ਭਾਸ਼ਾ ਦੇ ਵਿੱਚ ਮੈਂ ਸਮਝਣ ਦੀ ਕੋਸ਼ਿਸ਼ ਕਰਾਂ, फिर उन्होंने इम्प्लांट कर दो लेडी दे वोम दे विच, कुछ इस तरह होता है? हम लोगों को पहले इंजेक्शन देने पड़ते हैं अंडे निकालने के लिए। तो जब हम अंडे निकालते हैं तो वैसे अंडे बहुत छोटे होते हैं, 200 माइक्रोमीटर के अंडे होते हैं, तो वो हम लैब में कल्चर मीडिया में रख देते हैं। जैसे एक छोटा बच्चा पैदा जब होता है तो अगर 7वें महीने का बच्चा, तो आपने देखा है कांच की शीशी की पेटी में रख देते हैं, क्योंकि वो उस वातावरण को नहीं ले पाएगा, क्योंकि छोटा होता है, उसके छाती नहीं बनी होती इतनी, लंग्स नहीं होते इतने केपेबल। तो उस तरीके से उसी समय हम हस्बैंड से भी जो स्पर्म होता है उसको वॉश करके अच्छा एक अंडा और एक स्पर्म की फर्टिलाइजेशन अपनी लैब में करते हैं। कुछ उस कल्चर मीडिया में, जैसे एक छोटे नवजात शिशु का खाना उसकी माँ का दूध होता है, उसी तरीके से जो कल्चर मीडिया होता है वो आपके बच्चों का, आपके शिशु का जो फ्लूइड होता है वो खाना होता है। तो उसके अंदर हम लैब में 3 से 4 दिन या 5 दिन, जिसको ब्लास्टोसिस्ट कहते हैं, ग्रो करते हैं, और उसको फिर हम वो बढ़ते हुए सेल को 5 दिनों के बाद फ्रीज करके हम अपने स्टोरेज में रख लेते हैं। तो आजकल हम लोग फ्रोज़न एम्ब्रियो ट्रांसफ़र कर रहे हैं। इसका मतलब है कि पहले महीने में हमने अंडों पे काम किया, हमने बच्चा बनाया, औरत का मासिक आया, और अगले महीने हमने उनके गर्भाशय को तैयार करके वो जो फ्रोज़न एम्ब्रियो था उसको थॉ करके, या उसको फ्रीज़र से निकाल के, आप लैंग्वेज में जाने, उसको सामान्य टेम्परेचर में, तापमान में डालकर उसको उसी दिन, जिस दिन का वो बच्चा है उसी दिन से मिलता जुलता गर्भाशय में इम्प्लांट कर दिया। पेनफुल कितना होगा? बिल्कुल पेनफुल नहीं है, ये उतना ही है जैसे आपका पेनफुल लग रहा है कि पता नहीं पेनफुल केवल इंजेक्शंस को माना जाता था, जो पहले हम पीछे हिप्स में या कमर में देते थे। बट अब जो इंजेक्शंस आ गए हैं वो इतनी पतली सुई होती है, जैसे आपने देखा होगा इंसुलिन के इंजेक्शंस लगते हैं, वैसे ही मुश्किल से पूरे IVF में 14 से 15 इंजेक्शन लगते हैं। पहले के ज़माने में लगते थे 50-50, मैं मानती हूँ, बट अब इतना कठिन नहीं है। फीमेल्स अपने आप, उनको हम सिखा देते हैं, एजुकेट कर देते हैं, अपने आप ही इंजेक्शंस लगाती हैं, कुछ नहीं है। और
जो हम अंदर डालते भी हैं, बेबी इम्प्लांट भी करते हैं, उसमें किसी तरीके की बेहोशी की ज़रूरत नहीं है, हस्पताल में दाखिले की लोड़ नहीं हैगी है। वर्किंग कपल्स वास्ते काम भी चलता रहे और ये भी काम हो जाए, पॉसिबल है? बिल्कुल, क्योंकि मैं अपने किसी भी मरीज़ ਨੂੰ ਕਹਿੰਦੀ ਛੁੱਟੀ ਲਓ। ਇਟ ਇਜ਼ ਪੋਸੀਬਲ ਕਿ ਆ ਤੁਸੀਂ ਵੀਕਐਂਡ ਤੇ ਵੀ ਇਹ ਸਾਰਾ ਕੰਮ ਕਰਾ ਸਕਦੇ ਹੋ। 10 ਤੋਂ 12 ਦਿਨ ਇੰਜੈਕਸ਼ਨਸ ਲੱਗਦੇ ਨੇ। ਇੱਕ ਵਾਰੀ ਕਪਲ ਨੇ ਆਣਾ ਹੁੰਦਾ ਮੇਰੇ ਕੋਲ, मैं इंजेक्शंस इन्हां ਨੂੰ सिखा देनी है किवें लगाना ਹੁੰਦਾ है। देन हम उनको वीकेंड पे बुला लेते हैं, जो भी असेसमेंट करनी है अल्ट्रासाउंड की कर लेते हैं। तो मेरे को लगता है 4 से 5 चक्रों में आपकी ये पूरी की पूरी, अगर हम IVF कर रहे हैं या IUI भी कर रहे हैं या किसी भी उपचार के लिए जा रहे हैं निसंतानता के, वो पॉसिबल हो सकता है, जो कि आप या तो इवनिंग के अपनी ड्यूटी ऑफ होने के बाद कर सकते हैं। और इस पूरी प्रक्रिया में किसी भी तरीके की आपको छुट्टी लेने की ज़रूरत नहीं है। बहुत सारे केसेस देखे हैं कि ट्विंस हो गए या 3 ਬੱਚੇ ਪੈਦਾ ਹੋ ਗਏ, ਇਹ ਕਿਉਂ ਹੁੰਦਾ ਹੈ ਇਸਦਾ? ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ IVF करवाया, पहले बच्चा नहीं हो रहा था, अब 2 हो गए, अब 3 हो गए, ये किवें ਹੁੰਦਾ? ये कोई साइंस है पीछे? हाँ, क्योंकि जब भी हम अंडे निकाल के बच्चा या भ्रूण बनाते हैं, है ना, जेड़ा वो भ्रूण होता है वो 2 या 3 या उससे ज़्यादा भी बन सकते हैं। बट सरकार के नियम के अनुसार और वैसे भी किसी भी फीमेल की अगर हमें हेल्थ को मद्देनज़र रखना है तो 2 बच्चे डालना सही है। ये माना जाता है कि अगर आप 1 बच्चा डालोगे तो उसका जो सक्सेस का दर है लगभग तकरीबन 40 से 50% रहता है। हाँ, नहीं रिस्क नहीं, रिस्क तो ट्विंस हो गए उसमें भी बढ़ सकता है। अच्छा। बट बहुत सारे लोग ਜਿਹੜੇ ਇੰਨੇ ਹਤਾਸ਼ ਹੁੰਦੇ ਨੇ, IVF ਕੋਈ ਈਜ਼ੀਲੀ ਨਹੀਂ ਅਡਾਪਟ ਕਰਤਾ ਕਿ ਚੱਲ ਮੈਂ IVF ਦਾ ਟ੍ਰੀਟਮੈਂਟ ਕਰਾ ਲੈਣਾ, ਨਹੀਂ। ਇਹ ਬਹੁਤ ਸੋਚ ਸਮਝ ਕੇ ਕਿੰਨਾ ਪੈਸਾ ਲਗਾ ਕੇ ਲੋਕੀ ਅੱਗੇ ਵਧਦੇ ਨੇ। ਤੇ ਜਿਨ੍ਹਾਂ ਦੇ ਵੀ 2 ਬੱਚੇ ਹੁੰਦੇ ਨੇ, ਉਹਨਾਂ ਦੀ ਕੁਛ ਨਾ ਕੁਛ स्थिति ਹੁੰਦੀ है गर्भाशय ਨੂੰ लेकर या फिर हार्मोन्स ਨੂੰ लेकर या उनकी हेल्थ को लेकर कि अगर हम 2 बच्चे डालते हैं उनमें जो चांसेस हैं कि 1 बच्चा आगे बढ़े ज़्यादा होते हैं, 70-80% ऐसे हो जाते हैं। तो ये हम सब पेशेंट की कंसेंट उनको इन्फॉर्म करके, उनको काउंसिल करके फिर आगे जाते हैं कि आप में 2 डालने हैं या 1 डालने हैं। बहुत सारे दंपति 1 डालते हैं, प्रेगनेंसीज उनमें भी होते हैं क्योंकि 50% तो रिजल्ट आ रहे हैं। और बहुत सारे दंपति इससे कि नहीं हमें 2 जोड़े चाहिए, हमें ट्विंस चाहिए, तो उनमें हम ट्विंस डालते हैं। तो फिर IVF में अगर आप दर माने तो 25 से 30% उम्मीद है कि आप में ट्विंस हो गए। डिपेंड ही करता है कि ਲੇਡੀ ਦੀ ਹੈਲਥ ਕਿਸ ਤਰ੍ਹਾਂ ਦੀ ਹੈ। ਯੈਸ ਯੈਸ। ਔਰ ਤੁਸੀਂ ਉਹਨਾਂ ਦੀ ਮਰਜ਼ੀ ਨਾਲ ਵੀ ਨਹੀਂ ਨਾ ਕਰ ਸਕਦੇ ਕਿ ਸਾਨੂੰ ਕੋਈ ਬਾਇੰਗ ਤਾਂ ਕਰਨ ਨਹੀਂ ਜਾ ਰਹੇ ਕਿਸੇ ਪਾਸੇ। ਹਾਂ, ਤੁਹਾਡੀ ਸਾਰੀ ਕੰਡੀਸ਼ਨ ਦੇ ਉੱਪਰ ਹੈ। ਐਗਜ਼ੈਕਟਲੀ। ਇੱਕ ਹੋਰ ਵੀ ਸਵਾਲ ਹੈ, ਇਹ ਮੇਰੇ ਨੋਟ 'ਚ ਨਹੀਂ ਸੀ ਬਟ ਤੁਹਾਡੀ ਗੱਲ ਨਾਲ ਸਵਾਲ ਫਿਰ ਸਾਹਮਣੇ ਆ ਗਿਆ ਕਿ ਕਈ ਲੋਕ ਤੁਹਾਡੇ ਦਬਾਅ ਪਾਉਂਦੇ ਕਿ ਮੈਡਮ ਦੱਸ ਦਿਓ ਮੁੰਡਾ ਹੈ ਕਿ ਕੁੜੀ ਹੈ। ਸਾਡੇ ਸਮਾਜ 'ਚ ਅੱਜ ਵੀ ਇਹ ਸੋਚ ਹੈ। ਬਾਏ ਲਾਅ ਤੁਸੀਂ ਬਾਉਂਡ ਹੈਗੇ, ਮੈਨੂੰ ਲੱਗਦਾ ਕਿ ਬਾਉਂਡ ਨਹੀਂ ਹੋਗੇ ਦੱਸਣ ਵਾਸਤੇ, ਪਰ ਇਸ ਤਰ੍ਹਾਂ ਦੀ ਗੱਲਾਂ ਆਉਂਦੀਆਂ ਔਰ ਜਾਂ ਲੋਕਾਂ ਨੂੰ ਇਹ ਲੱਗਦਾ ਕਿ IVF ਨਾਲ ਇਕੱਲਾ ਮੁੰਡਾ ਹੀ ਹੁੰਦਾ, कुड़ी नहीं हुंदी। इस तरह की सोच वाले या इस तरह कोई एक्सपीरियंस हुआ था? थैंक यू दिलीप, ये क्वेश्चन बहुत इंपॉर्टेंट था क्योंकि इससे बहुत मिथ जुड़े हुए हैं। पहला, डिज़ाइनर बेबी नहीं बन सकता IVF में, उसमें आप ही के अंडे, आप ही के शुक्राणु जो कि शरीर के अंदर बच्चा बनाते नहीं होता, तो हम बाहर टेस्ट ट्यूब में बेबी बनाकर अंदर डाल देते हैं जी। दूसरा सवाल, लड़की होगा या लड़का, ये हम जो जेनेटिक्स हैं, जो हस्बैंड से XY आता है या फीमेल से XX आता है, वो हम इंडिया में लीगल तरीके से नहीं कर सकते। जो बेबी अंदर जा रहा है वो कुछ भी हो सकता है, वो कोई भी प्रेडिक्ट नहीं कर सकता, और अगर वो कर रहा है तो वो गैर कानूनी, नाजायज़ है, वो ख़राब गलत बात है। हरियाणा के मिनिस्ट्री में निकला है कि जिन लोगों की एक फीमेल चाइल्ड है, क्योंकि उन्होंने देखा कि जो सेक्स रेशियो है मेल और फीमेल की बहुत गड़बड़ा रही है, नंबर ऑफ फीमेल फीटिसाइड कम हो रहे हैं, तो इसके चलते हुए अब कानून और सख्त हो गया है कि जिन कपल्स की एक बेटी है या आगे को जैसे भी हैं, वो अगर IVF करवा रहे हैं तो उनको अब सरकार से परमिशन लेकर आगे जाना होगा। अच्छा, हाँ, तो ये एक नया रूल आया है जो कि आपके इस हरियाणा दे विच फिलहाल ये अभी तो फिलहाल हरियाणा के बीच में है। सो हाँ, आप लोगों को सबको सतर्क होना चाहिए। बड़ी इंपॉर्टेंट गल दसी मैडम होरां ने कि हरियाणा ने जदों ये रूल लिआंदा है, जे किसी कोल बेटी है और वो IVF वास्ते जा रहा है तो उन्होंने सरकार दी जो सारी शर्तां नूं मनणीਆਂ ਪੈਣਗੀਆਂ, क्योंकि ਇਹਦੇ ਵਿੱਚ ਇਹ ਹੁੰਦਾ ਨਾ ਕਿ ਕਈ ਲੋਕ ਉਸ ਮਾਈਂਡਸੈਟ ਦੇ ਵੀ ਹੋ ਸਕਦੇ ਕਿ ਚਲੋ IVF ਦੇ ਰਾਹੀਂ ਅਸੀਂ ਇਦਾਂ ਕਰ ਲੈਂਦੇ ਆ, ਔਰ ਦਿਮਾਗ 'ਚ ਇਹ ਵੀ ਚੱਲਦਾ ਕਿ ਡਾਕਟਰ ਸਾਹਿਬ ਤੋਂ ਪੁੱਛ ਲਾਂਗੇ ਕਿ ਮੁੰਡਾ ਕੀ ਕੁੜੀ ਹੈ, ਹਨਾ। ਇਹ ਹਜੇ ਮਾਨਸਿਕਤਾ ਸਾਡੇ ਕੋਲੋਂ ਗਈ ਨਹੀਂ ਹੈ। ਮੰਨ ਲਓ ਕਿ 26-27 ਸਾਲ ਦੀ 28 ਸਾਲ 'ਚ ਕਿਸੇ ਨੇ 2 ਕਪਲ ਨੇ ਉਹਨਾਂ ਨੂੰ ਵਿਆਹ ਹੋਇਆ ਉਹਨਾਂ ਦਾ, ਔਰ ਬਿਕੋਜ਼ ਆਫ ਸਮ ਰੀਜ਼ਨ 2-3 ਰੀਜ਼ਨ ਹੋ ਸਕਦੇ ਕਿ ਸਾਡਾ ਕਰੀਅਰ ਹੈ, ਅਸੀਂ ਫਿਲਹਾਲ ਫੈਮਿਲੀ ਨਹੀਂ ਕਰ ਸਕਦੇ, ਇੱਕ ਕਾਰਨ। ਔਰ ਦੂਜਾ ਕਾਰਨ ਹੋ ਸਕਦਾ ਕਿ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਕੋਈ ਅਜਿਹੀ ਬਿਮਾਰੀ ਹੋ ਜਾਏ ਜਿਸ ਦੇ ਇਲਾਜ ਨੂੰ 2-4 ਸਾਲ ਲੱਗ ਸਕਦੇ ਆ, ਬਟ ਕੀ उस एज का जो एग है और स्पर्म वो फ्रीज भी कराया जा सकता है, ये भी ऑप्शन होता है? यस, बहुत अच्छी सवाल है ये भी।
देखो जो वुमेन है आजकल बहुत करियर ओरिएंटेड है, बट हमारी उम्र है वो नहीं समझेगी, वो बढ़ती जाएगी। औरतों का जो ओवेरियन रिजर्व या अंडाशय में जो अंडे होते हैं जितने पड़े होते हैं वो उम्र के साथ साथ कम होते रहते हैं। वो 32-33 साल की उम्र से वो सिर्फ ना तो गुणवत्ता में कम होंगे, वो क्वालिटी में भी गिर जाएंगे। तो अगर आपको लगता है कि यस आपको कोई कैंसर है या कोई आपको प्रॉब्लम है या जेनेटिक इश्यूज़ हैं या अभी आप फैमिली नहीं करना चाह रहे हैं, तो आप एग फ्रीजिंग के ऑप्शन के साथ आगे जा सकते हैं, या आप सीमन फ्रीजिंग, बहुत सारे पुरुष आते हैं जिनको कैंसर की सर्जरीज होती हैं तो अपना सीमन प्रिजर्व करा के जाते हैं मेरे पास, तो वो प्रिजर्वेशन अराउंड 10 ईयर्स तक रहती है। ਮੰਨ ਕੇ ਚੱਲੋ ਕਿ ਕਿਸੇ ਨੇ ਅੱਜ ਮੈਂ ਕਹਿੰਦਾ ਕਿ 2025 ਚੱਲਿਆ, ਅਗਲੇ ਨੇ 2034 ਦੇ ਵਿੱਚ ਆਪਣੀ ਫੈਮਿਲੀ ਪਲਾਨ ਕਰਨੀ ਹੈ, 9 ਸਾਲ ਹੋ ਗਏ ਆ, ਮੰਨ ਲਓ 32 ਚ ਕਰਨੀ ਹੈ, ਉਹ ਕਿਵੇਂ ਇਨਸ਼ੋਰ ਹੋਵੇ ਕਿ ਜਿਹੜੇ ਮੇਰੇ ਐਗਸ ਨੇ ਉਹ ਪ੍ਰੀਜ਼ਰਵਡ ਰਹਿਣਗੇ, ਪ੍ਰੋਪਰ ਕੇਅਰ ਚ ਰਹਿਣਗੇ? ਇਹਦਾ ਕੋਈ ਕਾਨੂੰਨੀ ਸਾਰੀ ਚੀਜ਼ਾਂ ਲਿਖਤ ਪੜਤ ਵੀ ਹੁੰਦੀ, ਇਹ ਵੀ ਹੈ ਕੁਛ ਇਹਦੇ ਵਿੱਚ? ਇਹਦੇ ਸਾਰੇ ਕੰਸੈਂਟਸ ਹੈਗੇ ਆ, ਇਹਨਾਂ ਦੀ ਕਾਉਂਸਲਿੰਗ ਫਾਰਮਸ ਹੈਗੇ ਜੋ ਸਰਕਾਰ ਵੱਲੋਂ ਹੀ ਆ ਰੱਖੇ ਨੇ, ਤੇ ਜਿਹੜੇ ਵੀ ਆਪਣੇ IVF ਸੈਂਟਰਸ ਹੈਗੇ ਉਹ ਲੈਵਲ 2 ਦੇ ਅੰਦਰ ਬਾਈ ਦਾ ਗਵਰਨਮੈਂਟ ਰਜਿਸਟਰਡ ਹੈਗੇ। ਅੱਛਾ। ਤੇ ਜਿਨ੍ਹਾਂ ਵੀ ਜਿਹੜੇ ਆਪਣੇ ਬੈਂਕ ਹੈਗੇ ਉਹ ਬੈਂਕਾਂ 'ਚ ਇਹਨਾਂ ਦੇ ਸ਼ੁਕਰਾਣੂ ਜਾਂ ਜਿਨ੍ਹਾਂ ਦੇ ਅੰਡੇ ਹੈਗੇ ਉਹ ਸਟੋਰ ਕਰਕੇ ਰੱਖ ਸਕਦੇ ਆ 10 ਸਾਲ ਤੱਕ। ਤੇ ਉਹੀ ਹੈਗਾ ਸਾਡਾ क्रायो कैंस ਹੁੰਦੇ ਨੇ ਜਿਨ੍ਹਾਂ 'ਚ टेम्परेचर 190 डिग्री सेल्सियस -190 डिग्री सेल्सियस तक हम मेंटेन करते हैं। तो ये सबसे ज़्यादा बेटर होता है कि एवरी ईयर अगर आप रिन्यूअल करवा रहे हो तो आके आप सेंटर के कांटेक्ट में भी रह सकते हो। ये आपकी भी एक तरीके की निजी रिस्पॉन्सिबिलिटी होती है। थोड़ा समझाओ। जिवें ਆਪਾਂ EMI ਭਰਦੇ ਹਾਂ ਕਿਸੇ ਇੰਸਟਾਲਮੈਂਟ ਦੀ ਮਹੀਨੇ ਦੀ ਮਹੀਨੇ, ਉਂਝ ਹੀ ਕੁਝ ਸੈਂਟਰਸ ਹੁੰਦੇ ਨੇ ਜਿਹੜਾ ਇਹਨਾਂ ਦਾ रिन्यूअल, मेरा सेंटर एवरी ईयर रिन्यूअल करता है। इसका मतलब है हमें भी पता होना चाहिए कि वो कपल है, कपल इज अलाइव, या एग्जैक्टली। तो ये कपल्स की भी रिस्पॉन्सिबिलिटी होती है कि वो सेंटर के कांटेक्ट में रहें। बहुत सारे कपल्स होते हैं 3-4 साल बाद आते हैं जब उनको ज़रूरत होती है, तो वो अपना एक ईमेल छोड़ सकते हैं सो दैट हमारे यहाँ सेंटर पे भी ज़्यादा ऐसे स्टोरेज कैंस ना भरते जहाँ हमें पता ना रहे कपल्स का क्या है। तो वो ये दोनों तरफ की श्योरिटी हम लेते हैं, हमारी तरफ से भी, सेंटर की तरफ से भी और कपल्स की तरफ से भी, कि हाँ साल में एक बार तो आके हाय हेलो करोगे। और एक गवर्नमेंट को पता होता है, मान लो कोर फैसिलिटी सेंटर है, गवर्नमेंट दे नॉलेज है, बिल्कुल हैगा, क्योंकि महीने हम लोग उनको रिपोर्ट भेजते हैं कि हमने कितने IVF किए, कितने IUI किए, कितनी फ्रीजिंग करी है, बैंक है। बहुत ज़रूरी है और बहुत अच्छा भी है कि आपके सर के ऊपर गवर्नमेंट का हाथ है। हाँ बिल्कुल ट्रांसपेरेंसी है। मुझे तो लगता है जो गवर्नमेंट ने किया है वो बहुत ही उम्दा करा है, बहुत अच्छा करा है। जो भी नियम कानून है वो एक स्टैटिक दर पर है, ये नहीं कि आप अपने हिसाब से चलो, आप अपने हिसाब से चलो। कि ये भी पॉसिबल है कि लोग डोनर तो भी ले सकते हैं स्पर्म या एग्स, इस तरह का भी हो सकता है, इस तरह प्रोसीजर है? हाँ, जब भी कोई पुरुष अगर आते हैं और उनके स्पर्म काउंट नील है, उनको हम एज़ोस्पर्मिक कहते हैं, तो इनमें से कुछ प्रतिशत ऐसे पुरुष भी होते हैं जिनका हम हार्मोन टेस्ट या जेनेटिक टेस्ट करके देखते हैं कि इनके अंडकोश से ही हम डायरेक्टली शुक्राणु भी निकाल सकते हैं। अच्छा। आप समझिए सपोज पानी की टंकी है, पानी की टंकी से आप नल को खोल के पानी ले रहे हैं, सपोज वो नल ब्लॉक हो गया तो आप पानी टंकी से डायरेक्टली ले लेंगे। अच्छा। उसी तरीके से जो पुरुषों के शुक्राणु है अंडकोश में बन के वीर्य से बाहर आते हैं, सपोज वो अगर नहीं आ पा रहे हैं, अंदर कहीं ब्लॉकेज है, तो हम अंडकोश से डायरेक्टली शुक्राणु ले सकते हैं। बट कुछ पुरुष हैं जिनके अंडकोश छोटे हैं या जेनेटिक्स प्रॉब्लम है या नहीं आ पा रहे, तो उनके लिए हम डोनर सीमन का इस्तेमाल करके उनके भी घर बार को हम कंप्लीट कर सकते हैं। कल नूं डोनर के थ्रू कोई कंसीव हो जाता है और 4 साल बाद वो लीगली ये कहे कि नहीं ये तुम DNA करा लो तो मेरा बच्चा है, नहीं, वो सारे कानून के प्रतिबद्ध, मैंने आपको बोला कंसेंट फॉर्म्स हैं, जब तक कपल हस्बैंड और वाइफ साइन नहीं करेंगे डोनर का सैंपल रिलीज नहीं करते। अब कानून, अब जो हमारा ART लॉ है वो इतना अच्छा हो गया तो वो कहता है कि अगर आपने सीमन किसी का लेना है तो आप घर से किसी से ले सकते हो, ज़रूरी नहीं है आपको बैंक से अनोनिमस का चाहिए। बट अगर जैसे अब मेरे को सपोज किसी का एक्सीडेंट हो गया और उनको ब्लड की ज़रूरत है तो हम ब्लड बैंक से खून ले लेते हैं, हम कोई उस बंदे का पता पूछते हैं कि किसने लिया किसने लिया, वो अनोनिमस है, वो किसी ने गुडविल में दिया हुआ है कि किसी की जान बच जाए किसी। उसी तरीके से जो हमारे ये IVF के अंडा या शुक्राणु के बैंक होते हैं वो ऐसे सीमन, ऐसे डोनर्स को पूरा स्क्रीन करके उनका आधार कार्ड का नंबर लेकर एक
प्रॉपर एज के तहत, इनकी भी एज लिमिट्स हैं, वो लेकर हम सीमन स्टोर कर देते हैं, सो दैट जब भी ये सीमन अगर हम किसी के लिए भी यूज करते हैं, बंदे को नहीं पता रहता कि ये उनका है, तो आगे कोई लीगैलिटी या नहीं, दिस इज अनोनिमस, हम नहीं बताएंगे, ये कानूनी कहता है, वो अनोनिमस ही, और वो साइन करता है कपल कि हाँ ठीक है, वी ट्रस्ट यू, हाँ पूछेंगे नहीं। अब कल को यही चीजें बंद करने के लिए कि मेरा नहीं, ऑब्वियसली उन्हें पता ही नहीं होगा, वो तो सिर्फ अपना दे के चला गया। यस। और कितने साल तक लेडी आईवीएफ करवा सकती है? 50 इयर्स तक, एज पर कानून, एज पर कानून, और कानून के साथ ही चलना है। मतलब 50 साल तक करवा सकते हैं। 50 इयर्स, सिद्धू 50 कंप्लीटेड ਦੇ इयर्स। ਮਾਤਾ ਨੇ ਤੁਹਾਨੂੰ ਸਾਰਾ ਪ੍ਰੋਸੀਜਰ ਪਤਾ ਹੀ ਹੈ ਨਾ, ਉਹ ਹਾਲਾਂਕਿ ਉਹ ਵਿਦੇਸ਼ ਜਾ ਕੇ ਉੱਥੇ ਦੇ ਕਾਨੂੰਨ ਅਲੱਗ ਨੇ। ਭਾਰਤ ਦੇ ਵਿੱਚ ਇਹ 50 ਸਾਲ ਹੈ, ਉਸ ਤੋਂ ਅੱਗੇ ਤੁਸੀਂ ਨਹੀਂ ਕਰਵਾ ਸਕਦੇ। पर ये कितों आंदा कि 70 साल की दादी माँ बनी माँ, ये कानून होने से पहले की चीजें हैं। अब ये यही सब चीजें हुई जो ये कानून बना। अब 70 साल की आंटी जी ने बच्चे तो कर दिए, अब वो बच्चे 4-5 साल में उनकी क्या उम्र होगी, कौन देखेगा? अनाथ हो गए, और ये रहेंगे कि नहीं रहेंगे? हाँ, अब हमें अगर किसी दंपत्ति को हेल्दी बच्चे चाहिए, तो बच्चे को भी तो माँ बाप चाहिए 20-25 साल की उम्र तक या उसके आगे तक। तो तभी ये कानून आया कि किसी भी महिला की उम्र अगर 50 साल से अधिक है, या किसी भी पुरुष की उम्र 55 साल से अधिक है, वो आईवीएफ या किसी भी तरीके का आप उपचार नहीं ले सकते। तो बेटर है कि टाइमली आप समझिए, अपने शरीर को समझिए, प्रॉब्लम कहाँ है, शुक्राणु में है, अंडे में है, गर्भाशय में है, ट्यूबों में है, हार्मोन्स में है। डिले मत कीजिए, या तो अपने एग और सीमन फ्रीज करवा लीजिए, टाइम को रोक दीजिए, या फिर ਪਰ ਇਹ ਵੀ ਸਵਾਲ ਹੈਗਾ ਨਾ ਮੈਮ ਕਿ ਫਰੀਜ਼ ਤਾਂ ਅਸੀਂ ਕਰਵਾ ਲਿਆ, 5 ਸਾਲਾਂ ਬਾਅਦ ਸਾਡਾ ਪਲਾਨ ਬਣਿਆ ਕਿ ਅਸੀਂ ਕਰਨਾ ਹੈ, ਉਹ ਕੁਆਲਿਟੀ ਜਦੋਂ ਫਰੀਜ਼ ਕਰਵਾਇਆ ਸੀ ਔਰ ਜਦੋਂ ਤੁਸੀਂ ਯੂਜ਼ ਕਰਨ ਜਾ ਰਹੇ ਹੋ, डिटोरिएट ਹੁੰਦੀ ਹੈ? बिल्कुल भी नहीं। बहुत सारे लोग ने ये कहते हैं कि देखो जी उन्हें आईवीएफ तो करवा लिया, बच्चा जड़ा होएगा बड़ा कमजोर जा होएगा, हो सकता उन्हें कोई बीमारी होवे, ये मिथ है या ये कुछ सच्चाई है? ये मिथ ही माने, क्योंकि जितने भी हमारे आईवीएफ के बच्चे हैं, ये शारीरिक और मानसिक रूप से बिल्कुल स्वस्थ होते हैं और बहुत शरारती होते हैं माने। एंड मेरे ख्याल से ये बच्चों की जो ग्रोथ है, ये सामान्य बच्चों की तरह ही होती है, ये सामान्य तरीके से ही सबके साथ स्कूल में जाते हैं, नौकरी पेशा होते हैं, और इनके आगे अगर बच्चे होंगे तो वो नॉर्मल तरीके से हो सकते हैं। मैडम ਤੁਹਾਡਾ ਧੰਨਵਾਦ, ਤੁਸੀਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਕੰਮ ਆਏਗਾ। ਤੁਹਾਡੇ ਕੰਮ ਜੇਕਰ ਆ ਰਿਹਾ ਤਾਂ ਬਾਕੀਆਂ ਕੋਲ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਇਹ ਲਾਹੇਵੰਦ ਜਾਣਕਾਰੀ ਮਿਲ ਸਕੇ। ਧੰਨਵਾਦ।